ਹਾਜ਼ਰ ਹੈ ਜੀ। ਅੱਜ ਦਿਨ ਹੈ ਜੀ ਮੰਗਲਵਾਰ ਤੇ 22 ਤਰੀਕ ਹੈ ਅਗਸਤ ਮਹੀਨੇ ਦੀ ਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ 6:30 ਦਾ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸਮਾਧਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਪ੍ਰਸਾਰਿਤ ਕੀਤਾ ਜਾਂਦਾ ਜੀ। ਹੁਣ ਕੁਝ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। ਫ਼ੋਨ ਨੰਬਰ ਹੈ ਜੀ 2069415454 206-941 5454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਹੋਰਾਂ ਨਾਲ 2535208886 'ਤੇ ਸੰਪਰਕ ਕਰ ਸਕਦੇ ਹੋ। 253-520-8886 ਇਹਨਾਂ ਦਾ ਸੰਪਰਕ ਨੰਬਰ ਹੈ ਜੀ। ਇਹਨਾਂ ਦਾ ਪਤਾ 24915 104 ਐਵਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। ਸੀਨੀਅਰ ਅਟਾਰਨੀ ਐਮੀ ਗਿੱਲ ਹੋਣਾ ਦੀ ਲਾ ਫਰਮ ਗਿੱਲ ਐਂਡ ਗਿੱਲ, ਜਿਹੜੀ ਕਿ ਅਮਰੀਕਾ ਦੀ 1987 ਤੋਂ ਲਾ ਫਰਮ ਗਿੱਲ ਐਂਡ ਗਿੱਲ ਅਸਾਈਲਮ ਕੇਸਾਂ ਦੀ ਪੈਰਵੀ ਕਰਦੀ ਆ ਰਹੀ ਹੈ। ਇਹਨਾਂ ਦੇ ਯਤਨਾਂ ਸਦਕਾ ਹਜ਼ਾਰਾਂ ਸਿੱਖ ਅਸਾਈਲਮ ਕੇਸਾਂ ਦੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰ ਚੁੱਕੇ ਨੇ। ਪੰਜਾਬੀ, ਹਿੰਦੀ ਅਤੇ ਉਰਦੂ ਦੇ ਵਿੱਚ ਤੁਸੀਂ ਗਿੱਲ ਐਂਡ ਗਿੱਲ ਲਾ ਫਰਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ, ਜਿਨ੍ਹਾਂ ਨੂੰ 24 ਸਾਲ ਦਾ ਤਜਰਬਾ, ਤੁਸੀਂ ਫੋਨ ਕਰ ਸਕਦੇ ਹੋ ਉਹਨਾਂ ਨੂੰ। ਫ਼ੋਨ ਨੰਬਰ ਹੈ ਜੀ 7186121188 718-612-1188। ਗਿੱਲ ਐਂਡ ਗਿੱਲ ਲਾ ਫਰਮ ਦਾ ਆਫਿਸ ਨੰਬਰ ਹੈ ਜੀ 2126192859 212-619-2859। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ, ਕਾਰਡ ਨਾ ਹੋਣ 'ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਵੀ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ। ਫ਼ੋਨ ਨੰਬਰ ਹੈ ਜੀ 5599034627 ਅਤੇ ਇਹਨਾਂ ਦੀ ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰਸ ਦੇ ਡਰਾਈਵਰਸ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ। ਫ਼ੋਨ ਨੰਬਰ ਹੈ ਜੀ 2532666924 253-266-6924। ਸਕਿਨ, ਹਾਈਪਰਟੈਂਸ਼ਨ, ਸ਼ੂਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਤਾਂ ਤੁਸੀਂ ਅਮਰੀਕਾ ਦੇ ਮਸ਼ਹੂਰ ਹੋਮਿਓਪੈਥੀ ਦੇ ਡਾਕਟਰ ਹਰਮਿੰਦਰ ਹੋਰਾਂ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ। ਫ਼ੋਨ ਨੰਬਰ ਹੈ ਜੀ 4087377100 408-737-7100। ਇਹ ਫ਼ੋਨ 'ਤੇ ਹੀ ਤੁਹਾਡੇ ਨਾਲ ਪੰਜਾਬੀ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਅਤੇ ਤੁਹਾਡੇ ਘਰ ਔਨਲਾਈਨ ਦਵਾਈ ਜਿਹੜੀ ਆ ਉਹ ਭੇਜ ਦਿੰਦੇ ਨੇ। ਅਤੇ ਸਰੋਤਿਓ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਜ ਸਾਡੇ ਨਾਲ ਸਪੈਸ਼ਲ ਗੈਸਟ ਨੇ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਬਠਿੰਡਾ ਮੈਡਮ ਮੋਨਿਕਾ ਸਿੰਘ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਫੋਨ ਲਾਈਨ ਖੁੱਲ੍ਹੀਆਂ ਨੇ, ਸ਼ਿਰਕਤ ਕਰ ਸਕਦੇ ਹੋ 98-149-10-666 ਅਤੇ ਵਟਸਐਪ ਕਾਲ ਜਿਹੜੀ ਹੈਗੀ ਆ ਦੇਸ਼ ਵਿਦੇਸ਼ਾਂ ਦੇ ਵਿੱਚੋਂ ਸਾਡੇ ਨਾਲ ਸਰੋਤੇ ਕਰਦੇ ਆ 92-164-10-666। ਅਤੇ ਵਿਸ਼ਾ ਸਾਡਾ ਇੱਕ ਹੀ ਹੈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਪ੍ਰੋਗਰਾਮ ਨੂੰ ਜਿਸ ਸ਼ਖਸ ਦੀ ਲੋੜ ਸੀ ਉਹ ਸਾਡੇ ਨਾਲ ਆ ਕਿ ਬੱਚਿਆਂ ਦੇ ਵਿੱਚ ਭਾਵੇਂ ਉਹ ਦੇਸ਼ ਵਿਦੇਸ਼ ਦੀ ਧਰਤੀ, ਕਿਤੇ ਵੀ ਧਰਤੀ 'ਤੇ ਪੜ੍ਹ ਰਹੇ ਆ, ਆਪਣੀ ਉਪਜੀਵਕਾ ਕਮਾ ਰਹੇ ਆ, ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗੇ ਹੋਏ ਆ, ਤਾਂ ਇੱਕ ਕੋਡ ਜਿਹੜਾ ਹੈਗਾ ਉਹ ਨਾਲ ਨਾਲ ਵੀ ਪਨਪ ਰਿਹਾ, ਦਿਖ ਰਿਹਾ। ਉਹਦੇ ਹਾਲਾਤ ਜਿਹੜੇ ਆ ਬਦ ਤੋਂ ਬਦਤਰ ਕਈ ਪਰਿਵਾਰਾਂ ਦੇ ਹੋ ਜਾਂਦੇ ਆ ਜਦੋਂ ਇਕੱਲਾ ਕਹਿਰਾ ਬੱਚਾ ਉਹ ਨਸ਼ਿਆਂ ਦੀ ਚਪੇਟ ਦੇ ਵਿੱਚ ਆ ਜਾਵੇ। ਤਾਂ ਅਸੀਂ ਇੱਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੈਡਮ ਮੋਨਿਕਾ ਸਿੰਘ ਹੋਰਾਂ ਨੂੰ ਸਪੈਸ਼ਲ ਸੱਦਾ ਦਿੱਤਾ। ਸਾਡੇ ਨਿਮਾਣੇ ਜਿਹੇ ਸੱਦੇ 'ਤੇ ਮੈਡਮ ਮੋਨਿਕਾ ਸਿੰਘ ਜੀ, ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਹੋ। ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੈਲਕਮ। ਥੈਂਕ ਯੂ ਸੋ ਮਚ। ਮੈਂ ਮੋਨਿਕਾ ਸਿੰਘ, ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ, ਅੱਜ ਤੁਹਾਡੇ ਨਾਲ ਮੁਖਾਤਿਬ ਹਾਂ ਅਤੇ ਰੇਡੀਓ ਪੰਜਾਬ ਟੂਡੇ ਨੂੰ ਮੈਂ ਬਹੁਤ ਹੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਸੱਦਾ ਦਿੱਤਾ, ਮੈਨੂੰ ਮਾਣ ਬਖਸ਼ਿਆ ਕਿ ਮੈਂ ਇੱਕ ਐਸੇ ਸੰਵੇਦਨਸ਼ੀਲ ਵਿਸ਼ਾ ਦੇ ਉੱਤੇ ਮੈਂ ਗੱਲ ਕਰਨ ਦੇ ਲਾਇਕ ਹਾਂ ਅਤੇ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਅੱਜ ਮੈਂ ਤੁਹਾਡੇ ਜਿਹੜੇ ਸਰੋਤੇ ਨੇ, ਜਿਹੜੀ ਤਮਾਮ ਦੁਨੀਆ ਦੇ ਹਰ ਇੱਕ ਕੋਨੇ 'ਤੇ ਵਿੱਚ ਵਸੇ ਹੋਏ ਨੇ, ਅਤੇ ਉਹਨਾਂ ਦੇ ਨਾਲ ਮੈਂ ਰੂਬਰੂ ਹੋ ਸਕਾਂ ਅਤੇ ਆਪਣੇ ਕੁਛ ਵਿਚਾਰ ਸਾਂਝੇ ਕਰ ਸਕਾਂ। ਬਹੁਤ ਬਹੁਤ ਧੰਨਵਾਦ। ਜੀ ਮੈਮ, ਪਹਿਲਾ ਸਵਾਲ ਹੀ ਤੁਹਾਨੂੰ ਇਹੀ ਹੈ ਕਿ
ਸ਼ੁਰੂਆਤ ਜਿਹੜੀ ਹੈਗੀ ਆ ਬੱਚੇ ਦੀ ਸਕੂਲ ਤੋਂ ਹੁੰਦੀ ਆ। ਮਾਪਿਆਂ ਤੋਂ ਵੱਧ ਬੱਚਾ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਵੱਧ ਸਮਾਂ ਗੁਜ਼ਾਰਦਾ ਹੈਗਾ ਕਿ +2 ਤੱਕ ਤੁਹਾਡਾ ਸੀਨੀਅਰ ਸੈਕੰਡਰੀ ਸਕੂਲ ਆ। ਤਾਂ ਬੱਚਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਜਿਹੜੀ ਹੈਗੀ ਆ ਐਡੋਲਸੈਂਟ ਪੀਰੀਅਡ ਜਦੋਂ ਸ਼ੁਰੂ ਹੋ ਜਾਂਦਾ ਤਾਂ ਇੱਦਾਂ ਦੇ ਜਿਹੜੇ ਬਦਲਾਵ ਆਉਂਦੇ ਆ ਉਹਨਾਂ ਦੇ ਵਿੱਚ, ਤਾਂ ਉਹ ਕਿਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਤਿਆਰ ਕਰਦੇ ਹੋ ਪਹਿਲਾਂ ਹੀ ਤਾਂ ਕਿ ਉਹ ਇਸ ਨਾਮਰਾਦ ਬਿਮਾਰੀ ਤੋਂ ਬਚੇ ਰਹਿਣ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਆਖਿਆ ਹੈ ਕਿ ਬੱਚੇ ਸਾਡੇ ਨਾਲ ਜ਼ਿਆਦਾ ਵਕਤ ਬਿਤਾਉਂਦੇ ਨੇ, ਨਹੀਂ, ਸਕੂਲ ਜਿਹੜਾ ਹੁੰਦਾ ਉਹ 6 ਘੰਟੇ ਪਲੱਸ ਕੁਛ ਮਿੰਟਸ ਦਾ ਹੁੰਦਾ ਜੀ। ਤੇ ਬੱਚੇ ਜਿਹੜੇ ਹੈਗੇ ਨੇ ਬਾਹਰਲੀ ਦੁਨੀਆ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ 16 ਘੰਟੇ ਨੇ ਉਹ ਆਪਣੇ ਘਰੇ ਤੇ ਨਾਲੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦੇ ਵਿੱਚ ਵਿਚਰਦੇ ਨੇ। ਸੋ ਜਿਹੜੀ ਵੀ ਚੀਜ਼ ਉਹ ਜਿਹੜੇ ਵੀ ਇਨਫਲੂਐਂਸਸ ਆਪਣੇ ਜਿਹੜੇ ਹੈਗੇ ਨੇ ਅਬਜ਼ੌਰਬ ਕਰਦੇ ਨੇ, ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆਪਣਾ ਮਾਨਸਿਕਤਾ ਹੈਗੀ ਉਹਦੇ 'ਤੇ ਡੂੰਘਾ ਜਿਹੜੀ ਛਾਪ ਛੱਡਦੇ ਨੇ ਜੀ। ਤੇ ਜਿਹੜੀ ਇਹ ਸਟੇਜ ਹੁੰਦੀ ਹੈ ਆਪਣਾ ਕਿਸ਼ੋਰ ਅਵਸਥਾ ਦੀ, ਉਹਦੇ ਵਿੱਚ ਟਰਾਇੰਗ ਐਂਡ ਟੈਸਟਿੰਗ ਵਾਲੀ ਪੋਜੀਸ਼ਨ ਹੁੰਦੀ ਹੈ ਕਿਉਂਕਿ ਮਾਂ-ਬਾਪ ਜਿਹੜੇ ਸੋਚਦੇ ਨੇ ਕਿ ਬੱਚੇ ਵੱਡੇ ਹੋ ਕੇ ਸਿਆਣੇ ਹੋ ਕੇ ਆਪਣੇ ਆਪ ਇਹਨਾਂ ਨੂੰ ਗੱਲਾਂ ਦਾ ਪਤਾ ਚੱਲ ਜਾਏਗਾ। ਕੁਛ ਐਸੇ ਟੌਪਿਕਸ ਹੁੰਦੇ ਨੇ ਜਿਹੜੇ ਕਿ ਮਾਂ-ਬਾਪ ਵੀ ਜਿਹੜੇ ਹੈਗੇ ਨੇ ਸ਼ਰਮ ਮਹਿਸੂਸ ਕਰਦੇ ਨੇ, ਗੁਰੇਜ਼ ਮਹਿਸੂਸ ਕਰਦੇ ਨੇ ਕਿ ਨਹੀਂ, ਅਸੀਂ ਜੀ ਆਪਣਾ ਜਿਹੜਾ ਹੈਗਾ ਰਿਸ਼ਤਿਆਂ ਦੀ ਕਦਰ ਕੀਮਤ ਰੱਖਦੇ ਹੋਏ ਅਸੀਂ ਇਹੋ ਜਿਹੇ ਟੌਪਿਕਸ 'ਤੇ ਗੱਲ ਨਹੀਂ ਕਰਨਾ ਚਾਹੁੰਦੇ ਹੈਗੇ। ਬਟ ਮੈਂ ਸੋਚਦੀ ਹਾਂ ਕਿ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ, ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਵਾਸਤੇ ਉਹਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਤੇ ਬਹੁਤ ਜ਼ਿਆਦਾ ਇੱਕ ਓਪਨ ਤੇ ਫਰੈਂਕ ਟਾਕ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਬੱਚੇ ਨੂੰ ਸਮਝਦਾਰ ਬਣਾਇਆ ਜਾਵੇ, ਬੱਚੇ ਨੂੰ ਸੁਚੇਤ ਕੀਤਾ ਜਾਵੇ ਕਿ ਉਹ ਬਾਹਰਲੀ ਦੁਨੀਆ ਦੇ ਵਿੱਚ ਵਿਚਰਨ ਵਾਲਾ ਹੈ। ਉਹਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਨੇ ਐਲੀਮੈਂਟਸ ਦੇ ਨਾਲ ਉਹਨਾਂ ਨੂੰ ਨਜਿੱਠਣਾ ਪਏਗਾ ਬੱਚੇ ਨੂੰ, ਤੇ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਤੇ ਇੱਕ ਫਰੈਂਡਲੀ ਐਟਮੋਸਫੀਅਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਬੱਚਾ ਮਾਂ-ਬਾਪ ਤੋਂ ਡਰੇ ਨਾ, ਹਿਚਕਿਚਾਏ ਨਾ ਤੇ ਸਾਰੀ ਗੱਲ ਜਿਹੜੀ ਹੈਗੀ ਹੈ ਆਪਣਾ ਪੂਰੇ ਦਿਨ ਦੇ ਐਕਸਪੀਰੀਐਂਸਿਸ ਸ਼ੇਅਰ ਕਰੇ ਤਾਂ ਕਿ ਬੱਚੇ ਨੂੰ ਮਤਲਬ ਆਪਾਂ ਇੰਨਾ ਕੁ ਮਜ਼ਬੂਤ ਬਣਾ ਦਈਏ ਕਿ ਉਹ ਬੱਚਾ ਜਿਹੜਾ ਹੈਗਾ ਸਹੀ ਰਾਹ 'ਤੇ ਤੁਰੇ। ਤੇ ਇਹਦੇ 'ਚ ਮਾਪਿਆਂ ਦਾ ਤੇ ਸਕੂਲ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਸਕੂਲ ਮਾਪੇ ਜਿਹੜੇ ਹੈਗੇ ਨੇ ਇੱਕ ਉਹ ਟਰਾਇੰਗਲ ਹੈ, ਇਹ ਸਟੇਕ ਹੋਲਡਰਸ ਹੈਗੇ ਨੇ ਸਕੂਲ ਦੇ ਨਾਲ, ਪੇਰੈਂਟਸ ਦਾ ਤੇ ਸਟੂਡੈਂਟ। ਇੱਕ ਕੋਨੇ 'ਤੇ ਸਟੂਡੈਂਟ ਹੈ, ਇੱਕ ਕੋਨੇ 'ਤੇ ਪ੍ਰਿੰਸੀਪਲ ਕਹਿ ਸਕਦੇ ਹੋ ਜਾਂ ਸਟਾਫ ਜਾਂ ਸਕੂਲ ਕਹਿ ਸਕਦੇ ਹੋ, ਤੇ ਇੱਕ ਕੋਨੇ 'ਤੇ ਪੇਰੈਂਟ ਹੈ। ਸੋ ਤਿੰਨਾਂ ਦਾ ਜਿਹੜਾ ਆਪਸੀ ਜਿਹੜੀ ਇੰਟਰੈਕਸ਼ਨ ਹੈਗੀ ਹੈ ਬਹੁਤ ਜ਼ਰੂਰੀ ਹੈ ਤੇ ਸਾਨੂੰ ਮਾਂ-ਬਾਪ ਦਾ ਸਹਿਯੋਗ ਵੀ ਚਾਹੀਦਾ ਹੈ ਤੇ ਸਕੂਲ ਜਿਹੜਾ ਹੈਗਾ ਫਰੋਮ ਟਾਈਮ ਟੂ ਟਾਈਮ ਇਹੋ ਜਿਹੇ ਅਵੇਅਰਨੈਸ ਪ੍ਰੋਗਰਾਮਸ ਚਲਾਉਂਦਾ ਰਹਿੰਦਾ ਤੇ ਕਮਿਊਨਿਟੀ ਜਿਹੜੇ ਹੈਗੇ ਨੇ ਵਰਕਰਸ ਹੈਗੇ ਨੇ, ਐਮੀਨੈਂਟ ਡਾਕਟਰਸ ਨੇ, ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਵੀ ਮਤਲਬ ਟਾਈਮ ਟੂ ਟਾਈਮ ਸੱਦਾ ਦਿੰਦਾ ਹੈ ਆਪਣੇ ਸਕੂਲ ਦੇ ਵਿੱਚ ਤੇ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਤੀ ਜਿਹੜਾ ਹੈਗਾ ਜਾਣੂ ਕਰਦਾ ਹੈ ਕਿ ਨਸ਼ਾ ਜਿਹੜਾ ਹੈਗਾ ਇਹਦੇ ਕੀ ਮਤਲਬ ਭਿਆਨਕ ਇਹਦੇ ਸਿੱਟਾ ਨਿਕਲ ਸਕਦਾ, ਭਿਆਨਕ ਆਊਟਕਮਸ ਹੋ ਸਕਦੇ ਹੈਗੇ ਨੇ। ਤੇ ਪੰਜਾਬ ਸਰਕਾਰ ਨੇ ਪਿੱਛੇ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਇੱਕ ਮੇਰਾ ਬਡੀ ਹੈ ਤੂੰ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਸੀਗਾ ਜਦੋਂ ਆਪਣਾ ਮਾਨਯੋਗ ਕੈਪਟਨ ਸਾਹਿਬ ਦੀ ਸਰਕਾਰ ਸੀਗੀ। ਉਹਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਸੀਗਾ ਮੇਰਾ ਬਡੀ ਹੈ ਤੂੰ, ਜਿਹਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਡੀ ਗਰੁੱਪਸ ਦੇ ਵਿੱਚ ਵੰਡਿਆ ਗਿਆ ਸੀਗਾ ਕਿ ਹਰ ਇੱਕ ਬੱਚੇ ਦਾ ਬਡੀ ਹੈ, ਫਰੈਂਡ ਹੈ ਤੇ ਇਟ ਵਾਸ ਲਾਈਕ ਅ ਪੀਅਰ ਯੂ ਕੈਨ ਸੇ ਪਾਰਟਨਰਸ਼ਿਪ ਗਰੁੱਪ ਆਫ ਸਟੂਡੈਂਟਸ। ਤੇ ਉਹਦੇ ਵਿੱਚ ਜਿਹੜਾ ਸੀਗਾ ਵੱਖਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਸਾਡੇ ਸਕੂਲ ਵਿੱਚ ਵੀ ਹੈਗਾ ਇੱਕ ਬਡੀ ਗਰੁੱਪ ਬਣਿਆ ਹੋਇਆ ਬੱਚਿਆਂ ਦਾ ਤੇ ਅਸੀਂ ਜਿਹੜੇ ਹੈਗੇ ਨੇ ਪੋਸਟਰ ਮੇਕਿੰਗ, ਡਿਬੇਟ, ਡੈਕਲਾਮੇਸ਼ਨ, ਸਪੀਚ, ਦੈਨ ਸ਼ੋਇੰਗ ਦੈਮ ਸਮ ਸ਼ਾਰਟ ਮੂਵੀਜ਼ ਔਨ ਦਿਸ ਡਰਗ ਮੈਨੇਸ ਫਰੋਮ ਟਾਈਮ ਟੂ ਟਾਈਮ। ਤੇ ਆਫ ਕੋਰਸ ਐਮੀਨੈਂਟ ਪਰਸਨੈਲਿਟੀਜ਼ ਜਿਹੜੀਆਂ ਹੈਗੀਆਂ ਨੇ ਸੁਸਾਇਟੀ ਦੀਆਂ ਉਹਨਾਂ ਨੂੰ ਵੀ ਅਸੀਂ ਬੁਲਾਉਂਦੇ ਰਹਿੰਦੇ ਹਾਂ ਤੇ ਉਹ ਵੀ ਆਪਣੇ ਟਾਕ ਸ਼ੋਅ ਦੇ ਰਾਹੀਂ ਮਾਧਿਅਮ ਦੇ ਰਾਹੀਂ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਜਿਹੜਾ ਹੈਗਾ ਜਾਣੂ ਕਰਵਾਉਂਦੇ ਰਹਿੰਦੇ ਨੇ। ਜੀ ਮੈਮ, ਇੱਕ ਸਮਾਂ ਅਜਿਹਾ ਆਇਆ ਕਿ ਐਜੂਕੇਸ਼ਨ ਦੇ ਵਿੱਚ ਦੋ ਚੀਜ਼ਾਂ ਸਾਈਮਲਟੇਨੀਅਸਲੀ ਬਦਲਾਵ ਵੱਲ ਨੂੰ ਲੈ ਕੇ ਗਈਆਂ। ਇੱਕ ਤਾਂ ਕੋਵਿਡ ਦਾ ਦੌਰ ਸੀਗਾ ਤੇ ਦੂਸਰਾ ਨਵੀਂ ਸਿੱਖਿਆ ਨੀਤੀ ਜੀ। ਤੇ ਕੋਵਿਡ ਦੇ ਦੌਰ ਦੇ ਵਿੱਚ ਕਿਸ ਤਰੀਕੇ ਨਾਲ ਵਿਦਿਆਰਥੀ ਜਿਹੜੇ ਹੈਗੇ ਆ ਉਹ ਤੁਸੀਂ ਸੰਭਾਲ ਕੇ ਰੱਖੇ ਤੇ ਕਿੰਨੀ ਕੁ ਜਦੋਜਹਿਦ ਤੁਹਾਨੂੰ ਕਰਨੀ ਪਈ, ਕਿਹੜੇ ਆਊਟਕਮ ਸੀਗੇ, ਕਿਹੜੇ ਡਰਾਬੈਕ ਸੀਗੇ, ਤੇ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਅਜਿਹੇ ਕੋਰਸਿਸ ਹੈ ਉਹਦੇ ਵਿੱਚ ਉਪਲਬਧ ਜਿੱਥੇ ਕਿ ਅਡੋਲੋਸੈਂਟ ਦੇ ਉੱਪਰ ਇੱਦਾਂ ਦੀ ਜਿਹੜੀ ਹੈਗੀ ਆ ਨਸ਼ਾ ਵਿਰੋਧੀ ਬਿਰਤੀ ਦੇ ਲਈ ਕੁਝ ਟੌਪਿਕਸ, ਕੁਝ ਲੈਕਚਰਸ, ਕੁਝ ਪ੍ਰੈਕਟੀਕਲੀ ਮੈਥਡ ਜਿਹੜੇ ਤੁਸੀਂ ਅਪਣਾਉਂਦੇ ਹੋ, ਕੁਝ ਇੰਟਰਵਿਊਜ਼, ਕੁਝ ਉਹਦੀ ਕਿਸ ਤਰੀਕੇ ਨਾਲ ਇਹ ਦੋਵੇਂ ਜਿਹੜੇ ਹੈਗੇ ਆ ਬਦਲਾਵ ਨੂੰ ਤੁਸੀਂ ਦੇਖਦੇ ਹੋ? ਤੁਹਾਡੇ ਕੋਲ ਕਾਫੀ ਲੰਮਾ ਤਜਰਬਾ ਪ੍ਰਿੰਸੀਪਲਸ਼ਿਪ ਦਾ।
ਜੀ ਇਹ ਦੋ ਜਿਹੜੇ ਤੁਸੀਂ ਮੈਨੂੰ ਗੱਲਾਂ ਕੀਤੀਆਂ ਨੇ ਕੋਵਿਡ ਦੌਰ ਤੇ ਇੱਕ ਨਈ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਦੋਨੋਂ ਅੱਡ ਜਿਹੜੇ ਹੈਗੇ ਨੇ ਮੁxtਲਿਫ ਟੌਪਿਕਸ ਹੈਗੇ ਨੇ ਸਬਜੈਕਟਸ ਹੈਗੇ ਨੇ ਕੋਵਿਡ ਜਿਹੜਾ ਸੀਗਾ ਇੱਕ ਬਿਲਕੁਲ ਹੀ ਅਨਪ੍ਰੈਸੀਡੈਂਟਡ ਜਿਵੇਂ ਸੀਗਾ ਇੱਕ ਚੇਂਜ ਸੀਗਾ ਪੂਰੇ ਵਰਲਡ ਵਾਸਤੇ ਇਹ ਜੋ ਹੀ ਮਹਾਮਾਰੀ ਸੀਗੀ ਉਹਨੇ ਹਰ ਇੱਕ ਵਰਗ ਨੂੰ ਆਪਣੇ ਤਰੀਕੇ ਨਾਲ ਉਹਨੂੰ ਇੰਪੈਕਟ ਕੀਤਾ ਅਫੈਕਟ ਕੀਤਾ ਤੇ ਐਜੂਕੇਸ਼ਨ ਵੀ ਜਿਹੜੀ ਸੀਗੀ ਇਸ ਦੌਰ ਦੇ ਵਿੱਚ ਜਿਹੜੀ ਗੁਜ਼ਰ ਕੇ ਇੱਕ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਕਿ ਆਪਾਂ ਇੱਕ ਪਾਸੇ ਤਾਂ ਜਿਹੜਾ ਸੀਗਾ ਜਿਹੜਾ ਬੱਚਾ ਜਿਹੜਾ ਮੈਕਸਿਮਮ ਟਾਈਮ ਆਪਣਾ ਘਰੋਂ ਬਾਹਰ ਮਤਲਬ ਬਿਤਾਉਂਦਾ ਸੀਗਾ ਕਿ ਫਾਰਮਲ ਸਕੂਲਿੰਗ ਦੇ ਵਿੱਚ ਬੱਚਾ ਘਰੋਂ ਬਾਹਰ ਨਿਕਲਦਾ ਹੈ 6 ਘੰਟੇ ਦੀ ਸਕੂਲਿੰਗ ਹੈ ਉਸ ਤੋਂ ਬਾਅਦ ਉਹਦੀ ਕੋਚਿੰਗ ਕਲਾਸਿਸ ਹੈਗੀਆਂ ਨੇ ਸੋ ਕਿਤੇ ਨਾ ਕਿਤੇ ਉਹ ਸ਼ਾਮੀ ਹੀ ਆਪਣੇ ਪੇਰੈਂਟਸ ਦੇ ਨਾਲ ਜਾ ਕੇ ਉਹ ਰਾਬਤਾ ਕਾਇਮ ਕਰਦਾ ਸੀਗਾ ਤੇ ਇਹਦੇ 'ਚ ਜਿਹੜਾ ਸੀਗਾ ਇੱਕ ਤਾਂ ਫੈਮਿਲੀ ਦੀ ਬੌਂਡਿੰਗ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਬਣ ਗਈ ਕਿਉਂਕਿ ਲੋਕਡਾਊਨ ਲੱਗਿਆ ਹੋਇਆ ਸੀਗਾ ਤੇ ਜਿਹੜੀਆਂ ਸੀਗੀਆਂ ਲਾਈਕ ਫੈਮਿਲੀ ਯੂਨਿਟਸ ਜਿਹੜੀਆਂ ਇੱਕ ਫੈਮਿਲੀ ਦੇ ਵਿੱਚ ਰਹਿੰਦੇ ਹੋਏ ਵੀ ਆਪਸ 'ਚ ਸਟ੍ਰੇਂਜਰਸ ਸੀਗੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਨਜ਼ਦੀਕੀ ਜਾਣਨ ਦਾ ਜਿਹੜਾ ਸੀਗਾ ਮੌਕਾ ਮਿਲਿਆ ਸੋ ਇਹੋ ਜਿਹੇ ਮਤਲਬ ਐਸਪੈਕਟਸ ਬੰਦੇ ਦੇ ਪਰਸਨੈਲਿਟੀ ਦੇ ਬਾਹਰ ਨਿਕਲ ਕੇ ਆਏ ਕਿ ਵਿਚ ਵਾਸ ਵੈਰੀ ਵੈਰੀ ਅਮੇਜ਼ਿੰਗ ਤੇ ਪਰਿਵਾਰ ਦੇ ਵਿੱਚ ਬੌਂਡਿੰਗ ਹੋਈ ਪਰਿਵਾਰ ਦੇ ਵਿੱਚ ਅੱਛੀ ਕਮਿਊਨੀਕੇਸ਼ਨ ਹੋਈ ਬਿਕੋਜ਼ ਇੱਕ ਫੋਰਸਡ ਜਿਹੜਾ ਸੀਗਾ ਕਨਫਾਈਨਮੈਂਟ ਸੀਗੀ ਬਟ ਐਸ ਫੋਰਸ ਕਨਫਾਈਨਮੈਂਟ ਨੇ ਵੀ ਜਿਹੜਾ ਸੀਗਾ ਹੈ ਬਹੁਤ ਜ਼ਿਆਦਾ ਇੱਕ ਪੋਜ਼ਿਟਿਵ એનર્ਜੀ ਭਰੀ ਲੋਕਾਂ ਦੇ ਵਿੱਚ ਤੇ ਐਜੂਕੇਸ਼ਨ ਜਿਹੜੀ ਸੀਗੀ ਆਫ ਕੋਰਸ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਹੈ ਕੋਈ ਵੀ ਚੈਲੰਜਸ ਹੁੰਦੇ ਨੇ ਕੁਝ ਨਇਆ ਚੀਜ਼ ਤਾਂ ਉਹਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਹੈ ਤੇ ਆਨਲਾਈਨ ਐਜੂਕੇਸ਼ਨ ਜਿਹੜੀ ਸੀਗੀ ਉਹ ਇੱਕ ਕਦੀ ਸੁਣਿਆ ਨਹੀਂ ਸੀਗਾ ਟੀਚਰਸ ਜਿਹੜੇ ਸੀਗੇ ਉਹ ਡਿਜੀਟਲੀ ਇੰਨੇ ਲਿਟਰੇਟ ਨਹੀਂ ਸੀਗੇ ਤੇ ਟੈਕਨੋਲੋਜੀ ਜਿਹੜੀ ਸੀਗੀ ਉਹਨੂੰ ਐਕਸਪਲੋਰ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਸਾਡਾ ਟੀਚਰ ਹਰ ਇੱਕ ਟੀਚਰ ਆਨਲਾਈਨ ਕਲਾਸਿਸ ਲਗਾਉਣ ਦੇ ਵਿੱਚ ਮਾਹਰ ਹੋ ਚੁੱਕਿਆ ਹੈਗਾ ਤੇ ਅਸੀਂ ਜਿਹੜਾ ਸਾਰਾ ਸਕੂਲ ਸੀਗਾ ਮੇਰਾ ਸਕੂਲ ਕੀ ਸਾਰੇ ਸਕੂਲ ਜਿਹੜੇ ਸੀਗੇ ਸਾਰੇ ਕਾਲਜਸ ਸੀਗੇ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੇ ਨੇ ਸਾਰਿਆਂ ਨੇ ਜਿਹੜਾ ਸੀਗਾ ਇਸ ਡਿਜੀਟਲ ਪਲੇਟਫਾਰਮ ਨੂੰ ਅੰਬਰੇਸ ਕੀਤਾ ਟੈਕਨੋਲੋਜੀ ਨੂੰ ਅੰਬਰੇਸ ਕੀਤਾ ਤੇ ਬੱਚਿਆਂ ਨੂੰ ਜਿਹੜਾ ਸੀਗਾ ਘਰ ਬੈਠੇ ਐਜੂਕੇਸ਼ਨ ਦਾ ਜਿਹੜਾ ਸੀਗਾ ਅਸੀਂ ਉਹਨਾਂ ਨੂੰ ਆਪਣੀਆਂ ਮੁਹੱਈਆ ਕਰਵਾਈ ਗਈ of course under challenging circumstances because ਸਾਰੇ ਬੱਚਿਆਂ ਕੋਲ ਐਕਸੈਸ ਨਹੀਂ ਸੀਗਾ ਕਿਸੇ ਦੇ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੈ ਕਿਸੇ ਘਰ ਦੇ ਵਿੱਚ 2 ਜਾਂ 3 ਭੈਣ ਭਰਾ ਨੇ ਪੇਰੈਂਟਸ ਨੂੰ ਮੋਬਾਈਲ ਫੋਨਸ ਲੈਣੇ ਪੈ ਗਏ ਇਹਦਾ ਇੱਕ ਆਊਟਫਾਲ ਜਿਹੜਾ ਸੀਗਾ ਇਹਦਾ ਇੱਕ ਜਿਹੜੀ ਨੈਗੇਟਿਵ ਸਾਈਡ ਸੀਗੀ ਕਿ ਬੱਚੇ ਜਿਹੜੇ ਸੀਗੇ ਉਹ ਇਨ ਦਾ ਨੇਮ ਆਫ ਆਨਲਾਈਨ ਐਜੂਕੇਸ਼ਨ ਦੇ ਟੈਰੀਬਲੀ ਗੋਟ ਹੁਕਡ ਔਨ ਟੂ ਦਿਸ ਸਮਾਰਟਫੋਨ ਤੇ ਸਮਾਰਟਫੋਨ ਦੇ ਵਿੱਚ ਤੁਹਾਨੂੰ ਪਤਾ ਹੈ ਇਟਸ ਵਾਸਟ ਮਤਲਬ ਏਰੀਆ ਹੈਗਾ ਇਹ ਯੂਜ਼ਰ ਫਰੈਂਡਲੀ ਟੈਕਨੋਲੋਜੀ ਹੈਗੀ ਹੈ ਯੂਜ਼ਰ ਫਰੈਂਡਲੀ ਡਿਵਾਈਸ ਹੈਗਾ ਇਹ ਅਸੀਂ ਡਿਸਾਈਡ ਕਰਨਾ ਕਿ ਅਸੀਂ ਕੀ ਦੇਖਣਾ ਚਾਹੁੰਦੇ ਹਾਂ ਕੀ ਨਹੀਂ ਦੇਖਣਾ ਚਾਹੁੰਦੇ ਸੋ ਬੱਚੇ ਜਿਹੜੇ ਸੀਗੇ ਉਹ ਮਾਂ-ਬਾਪ ਤੋਂ ਨੈਚੁਰਲੀ ਟੈਕਨੋਲੋਜੀਕਲੀ ਦੇ ਆਰ 1 ਸਟੈਪ ਔਰ 10 ਸਟੈਪਸ ਅਹੈਡ ਤੇ ਉਹ ਉਹਨਾਂ ਨੇ ਆਪਣੇ ਪਾਸਵਰਡਸ ਲਗਾਏ ਹੁੰਦੇ ਨੇ ਤੇ ਹੋਰ ਆਪਣਾ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਲੁਕੋ ਕੇ ਰੱਖੀਆਂ ਹੁੰਦੀਆਂ ਨੇ ਸੋ ਉਹ ਇੱਕ ਜਿਹੜਾ ਸੀਗਾ ਉਹ ਵੀ ਇੱਕ ਉਹਦਾ ਨੈਗੇਟਿਵ ਐਸਪੈਕਟ ਸਾਹਮਣੇ ਆਇਆ ਤੇ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਡਿਜੀਟਲੀ ਵੀ ਸਾਨੂੰ ਜਿਹੜਾ ਸੀਗਾ ਡੀਟੌਕਸੀਫਾਈ ਕਰਨਾ ਪਿਆ ਵਨਸ ਦੇ ਵਰ ਆਊਟ ਆਫ ਦੀ ਲੋਕਡਾਊਨ ਸਿਚੁਏਸ਼ਨ ਤੇ ਹੁਣ ਜਿਹੜਾ ਹੈਗਾ ਕਮਿੰਗ ਬੈਕ ਟੂ ਦ ਨੈਕਸਟ ਟੌਪਿਕ ਜਿਹੜਾ ਤੁਸੀਂ ਕਿਹਾ ਹੈਗਾ NEP ਦਾ ਨੈਸ਼ਨਲ ਐਜੂਕੇਸ਼ਨ ਪੋਲਿਸੀ ਇੱਕ ਬਹੁਤ ਹੀ ਮੈਂ ਕਹਿੰਦੀ ਹਾਂ ਰੈਵੋਲੂਸ਼ਨਰੀ ਜਿਹੜਾ ਹੈਗਾ ਇੱਕ ਸਟੈਪ ਹੈਗਾ ਇਨ ਦ ਫੀਲਡ ਆਫ ਐਜੂਕੇਸ਼ਨ ਇਹ ਇੱਕ ਵਿਜ਼ਨ ਡਾਕੂਮੈਂਟ ਹੈਗਾ ਜਿਹੜਾ ਕਿ ਆਉਣ ਵਾਲੀ 30 ਸਾਲ ਜਾਂ 35 ਸਾਲ ਦੇ ਜਿਹੜਾ ਹੈਗਾ ਸਾਡਾ ਜਿਹੜਾ ਕੰਟਰੀ ਦਾ ਜਿਹੜਾ ਹੈਗਾ ਆਪਣਾ ਰੋਡ ਮੈਪ ਹੈ ਕਿ ਸਾਨੂੰ ਜਿਹੜਾ ਹੈਗਾ ਹੈ ਇਨ ਦ ਲੀਗ ਆਫ ਬਿਗ ਨੇਸ਼ਨਸ ਲਾ ਕੇ ਖੜਾ ਕਰ ਦੇਗਾ ਤੇ ਪਲੱਸ ਇਹਦੇ ਵਿੱਚ ਬੱਚੇ ਨੂੰ ਲਰਨਰ ਤੇ ਫੋਕਸ ਹੈਗਾ ਸਪੈਸ਼ਲੀ ਸਟਾਰਟਿੰਗ ਫਰੋਮ ਅਰਲੀ ਚਾਈਲਡਹੁੱਡ ਸਟੇਜ ਤੋਂ ਲੈ ਕੇ ਟਿਲ ਹਾਇਰ ਐਜੂਕੇਸ਼ਨ ਤੇ ਇਹਦੇ ਵਿੱਚ ਜਿਹੜਾ ਹੈਗਾ ਹੈ ਲਰਨਰਸ ਨੂੰ ਬਹੁਤ ਜ਼ਿਆਦਾ ਫਲੈਕਸੀਬਿਲਿਟੀ ਤੇ ਮੋਬਿਲਿਟੀ ਪ੍ਰੋਵਾਈਡ ਕੀਤੀ ਗਈ ਹੈ ਬਹੁਤ ਸਾਰੀ ਓਪਰਚੁਨਿਟੀਜ਼ ਦਿੱਤੀਆਂ ਗਈਆਂ ਨੇ ਬੱਚਿਆਂ ਨੂੰ ਜਿਹੜਾ ਹੈਗਾ ਇਹੋ ਜਿਹੇ ਸਕਿੱਲ ਬੇਸਡ ਵੋਕੇਸ਼ਨਲ ਬੇਸਡ ਪ੍ਰੋਗਰਾਮਸ ਤੇ ਐਜੂਕੇਸ਼ਨ ਦਿੱਤੀ ਗਈ ਹੈ ਕਿ ਬੱਚਾ ਜਿਹੜਾ ਹੈਗਾ ਆਪਣੀ ਇੰਟਰਸਟ ਦੇ ਮੁਤਾਬਿਕ ਜਿਹੜਾ ਹੈਗਾ ਉਹ ਕੋਰਸਿਸ ਨੂੰ ਅਡੋਪਟ ਕਰ ਸਕਦਾ ਹੈ ਸਟਰੀਮਸ ਨੂੰ ਖਤਮ ਕਰਤਾ ਹੈ ਜਿਹਨੂੰ ਆਪਾਂ ਕਹਿੰਦੇ ਸੀਗੇ ਸਾਈਲੋਜ਼ ਲਰਨਿੰਗ ਹੈ ਇਟ ਇਜ਼ ਮਲਟੀ ਡਿਸਪਲਿਨਰੀ ਲਰਨਿੰਗ ਨਾਓ ਤੇ ਬੱਚੇ ਨੂੰ ਹੈਗਾ ਕਿ ਬਾਏ ਦਾ ਟਾਈਮ ਬੱਚਾ ਸਕੂਲ ਤੋਂ ਪਾਸ ਆਊਟ ਹੋਵੇ ਉਹ ਬੱਚਾ ਇੱਕ ਜੌਬ ਸੀਕਰ ਹੋਣ ਦੀ ਬਜਾਏ ਉਹ ਜੌਬ ਕ੍ਰੀਏਟਰ ਹੋਵੇ ਅਜਿਹੇ ਕੋਰਸਿਸ ਲਾਈਕ ਗ੍ਰਾਫਿਕਸ ਐਨੀਮੇਸ਼ਨ ਮਸ਼ੀਨ ਲਰਨਿੰਗ ਕੋਡਿੰਗ ਗੇਮਿੰਗ VR learning, augmented learning, then entrepreneurial skills, fashion technology, wellness and beauty industry, hospitality, tourism, financial marketing, business, you name it and they have it. मतलब एक बहुत बड़ा बुके है एंड उस बुके ਦੇ ਵਿੱਚ ਅਸੀਂ ਆਪਣਾ ਮਨ ਭਾਉਂਦਾ ਫਲਾਵਰ ਚੂਜ਼ ਕਰ ਸਕਦੇ ਹਾਂ ਤੇ ਜਿਹੜੇ ਸਕਿੱਲਸ ਬੱਚਾ ਕੀ ਅਮੂਮਨ 12th ਤੋਂ ਬਾਅਦ
ਅੰਡਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਕੋਰਸਿਸ ਦੇ ਦੌਰਾਨ ਸਿੱਖੇਗਾ ਉਹ ਉਹਨਾਂ ਨੂੰ ਐਜ਼ ਲੋ ਐਜ਼ 6th ਗ੍ਰੇਡ ਤੋਂ ਉਹਨਾਂ ਨੇ ਜਿਹੜਾ ਹੈਗਾ ਹੈ ਪ੍ਰੋਗਰਾਮਸ ਨੂੰ ਇੰਟਰੋਡਿਊਸ ਕੀਤਾ ਹੈਗਾ ਅੰਡਰ ਦਿਸ ਨਿਊ ਪਾਲਿਸੀ ਜੀ। ਸੋ ਵਿਚ ਇਜ਼ ਅ ਵੈਰੀ ਵੈਰੀ ਪੋਜ਼ਿਟਿਵ ਸਟੈਪ ਕਿ ਬੱਚਾ, ਕਿਉਂਕਿ ਕੀ ਹੁੰਦਾ ਸੀਗਾ ਟ੍ਰੈਡੀਸ਼ਨਲ ਜਿਹੜੇ ਸੀਗੇ ਕੋਰਸਿਸ ਸੀਗੇ ਉਹਦੇ 'ਚ ਦੇयर ਵਾਸ ਅ ਮਿਸਮੈਚ ਬਿਟਵੀਨ ਦ ਜੌਬ ਮਾਰਕੀਟ ਐਂਡ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ। ਡਿਮਾਂਡ ਐਂਡ ਸਪਲਾਈ ਦਾ ਹੀ ਸਾਰਾ ਚੱਕਰ ਹੈਗਾ ਕਿ ਜਿਹੜੇ ਤੁਹਾਨੂੰ ਸਕਿੱਲਸ ਚਾਹੀਦੇ ਹੈਗੇ ਨੇ ਤੁਹਾਡੇ ਕੋਲ ਉਹਦੀ ਡਿਗਰੀ ਨਹੀਂ ਹੈਗੀ। So we are producing large number of engineers, but they are not getting placed. They are not getting right kind of breakthrough in the job market. As a result, ਜਿਹੜਾ ਯੁਵਾ ਹੁੰਦਾ ਉਹ ਨਿਰਾਸ਼ ਹੋ ਜਾਂਦਾ ਹੈ, ਭਟਕ ਜਾਂਦਾ ਹੈ, ਡਿਜੈਕਟਡ ਹੋ ਜਾਂਦਾ ਹੈ। ਸੋ ਨੈਚੁਰਲੀ ਤੁਹਾਨੂੰ ਪਤਾ ਹੈ ਜਦ ਇਹੋ ਜਿਹਾ ਯੁਵਾ ਹੋਏਗਾ ਉਹ ਫਿਰ ਨੈਚੁਰਲੀ ਉਹ ਅੰਡਰ ਦੀ ਵੀਕ ਮਾਈਂਡਸੈਟ ਉਹ ਕਿਤੇ ਨਾ ਕਿਤੇ ਨਸ਼ਿਆਂ ਦੇ ਟਰੈਪ ਦੇ ਵਿੱਚੋਂ ਪੈ ਜਾਂਦਾ ਹੈ। ਸੋ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈਗੀ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਉਹਨਾਂ ਦੇ ਮਨ ਭਾਉਂਦੇ ਸਬਜੈਕਟਸ ਦੇ ਰਾਹੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਨ ਭਾਉਂਦੀ ਜਿਹੜੀ ਵੋਕੇਸ਼ਨ ਹੈਗੀ ਹੈ ਜਾਂ ਉਹਨਾਂ ਦੀ ਇੰਪਲੋਇਮੈਂਟ ਹੈਗੀ ਹੈ ਉਹਦੇ ਵਾਸਤੇ ਜਿਹੜਾ ਹੈਗਾ ਕੰਮ ਕਰ ਰਹੀ ਹੈ। ਜੀ, ਸੰਸਕਾਰਾਂ ਨੂੰ ਦੇਖਦੇ ਹੋਏ ਤੁਹਾਨੂੰ ਲੱਗਦਾ ਕੁਝ ਇੱਦਾਂ ਦੇ ਵਿਸ਼ੇ ਵੀ ਹੈਗੇ ਜਿਹੜੇ ਮੇਰੇ ਟਾਈਮ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀਗੇ ਤਾਂ ਅਡੋਲੋਸੈਂਟ ਦਾ ਪੀਰੀਅਡ ਚੈਪਟਰ ਹੁੰਦਾ ਸੀ ਜਿਹੜਾ ਉਹ ਨਾ ਕੋਈ ਸਟੂਡੈਂਟ ਸੰਗ ਦਾ ਪੁੱਛਦਾ ਸੀ ਅਤੇ ਨਾ ਹੀ ਕੋਈ ਅਧਿਆਪਕ ਜਿਹੜਾ ਹੈਗਾ ਉਹ ਦੱਸਦਾ ਸੀਗਾ। ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੀ ਮਤਲਬ ਸਪਸ਼ਟ ਤਰੀਕੇ ਨਾਲ ਬੱਚਿਆਂ ਦੇ ਵਿੱਚ ਜਿਹੜੀ ਸ਼ਾਈਨੈਸ ਆ ਉਹ ਖਤਮ ਹੋਵੇ, ਬੱਚਿਆਂ ਨੂੰ ਜਿਹੜਾ ਹੈਗਾ ਉਹ ਬਿਮਾਰੀਆਂ ਤੋਂ ਬਚਾਇਆ ਜਾਵੇ, ਬੱਚਿਆਂ ਨੂੰ ਜਿਹੜੀ ਮਾਨਸਿਕਤਾ ਜਿਹੜੀ ਹੈਗੀ ਆ ਉਹਨਾਂ ਦੇ ਅੰਦਰ ਘਰ ਕਰ ਗਈ ਹੈ ਸੰਗ ਸ਼ਰਮ ਹਿਆ ਉਹਨੂੰ ਅਪਲਿਫਟ ਕਰਨ ਲਈ ਕੋਈ ਇੱਦਾਂ ਦੇ ਨਿਊ ਪਾਲਿਸੀ ਦੇ ਵਿੱਚ ਤੁਹਾਨੂੰ ਲੱਗਿਆ ਜਾਂ ਸਕੂਲਾਂ ਨੂੰ ਕੋਈ? ਹਾਂਜੀ, ਡੈਫੀਨੇਟਲੀ ਇਹਦੇ 'ਚ ਤੁਹਾਨੂੰ ਮੈਂ ਪਿਛਲੇ ਜਵਾਬ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਿਹਦੇ 'ਚ ਤੁਹਾਨੂੰ ਮੈਂ ਇਸ 'ਚ ਮੈਂ ਐਡ ਕਰ ਰਹੀ ਹਾਂ ਕਿ ਜਿਹੜਾ ਇੱਕ ਪੜ੍ਹਾਉਣ ਦਾ ਤਰੀਕਾ ਹੈਗਾ ਜਿਹੜਾ ਪੈਡਾਗੋਜੀਕਲ ਸਟਾਈਲਸ ਹੈਗੇ ਨੇ ਉਹ ਵੀ ਬਦਲ ਗਏ ਹੈਗੇ ਨੇ ਜੀ। ਸ਼ਿਫਟ ਜਿਹੜਾ ਹੈਗਾ ਫਰੋਮ ਰੋਟ ਲਰਨਿੰਗ ਟੂ ਕੰਪੀਟੈਂਸੀ ਬੇਸਡ ਲਰਨਿੰਗ ਹੈ। ਜਿਹੜੀ ਕੰਪੀਟੈਂਸੀ ਬੇਸਡ ਲਰਨਿੰਗ ਹੈ ਉਹਦੇ 'ਚ ਇੱਕ ਲਰਨਰ ਦੇ ਨੌਲੇਜ ਐਟੀਟਿਊਡ ਐਂਡ ਸਕਿੱਲਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਉਹ ਟੀਚਿੰਗ ਦੀ ਪ੍ਰਣਾਲੀ ਜਿਹੜੀ ਹੈਗੀ ਹੈ ਉਹ ਚੇਂਜ ਕੀਤਾ ਗਿਆ ਹੈ। ਵਨ ਇਜ਼ ਲਰਨਿੰਗ ਆਬਜੈਕਟਿਵ ਐਂਡ ਵਨ ਇਜ਼ ਦ ਲਰਨਿੰਗ ਆਊਟਕਮ। ਪੜ੍ਹਾਉਣ ਤੋਂ ਪਹਿਲਾਂ ਸਾਡਾ ਕੀ ਆਬਜੈਕਟਿਵ ਹੈ, ਕੀ ਮੰਤਵ ਹੈ, ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਸ ਲੈਵਲ ਦਾ ਜਿਹੜਾ ਲਰਨਰ ਹੈ ਇਹਦੇ ਵਿੱਚ XYZ ਸਕਿੱਲਸ ਜਿਹੜੇ ਹੈਗੇ ਨੇ ਉਹ ਆ ਜਾਣੇ ਚਾਹੀਦੇ ਨੇ ਜੀ। ਠੀਕ ਹੈ, ਅਤੇ ਜਿਹੜੀ ਇੱਕ ਪੜ੍ਹਾਈ ਹੈਗੀ ਹੈ ਉਹਨੂੰ ਨਾ ਉਸ ਪੜ੍ਹਾਈ ਦੇ ਵਿੱਚ ਉਹਨਾਂ ਨੇ ਆਰਟ ਇੰਟੀਗ੍ਰੇਸ਼ਨ ਕਰਤੀ ਹੈ ਜੀ। ਉਹਨਾਂ ਨੇ ਉਹਦੇ 'ਚ ਸਪੋਰਟਸ ਅਤੇ ਵੈਲਨੈਸ ਇੰਟੀਗ੍ਰੇਸ਼ਨ ਕਰ ਦਿੱਤੀ ਹੈ ਕਿ ਜਿਹੜਾ ਅਸੀਂ ਕਲਾਸਰੂਮ 'ਚ ਵਿੱਚ ਬਹਿ ਕੇ ਸਿੱਖਦੇ ਹਾਂ ਉਹ ਇੱਕ ਪਲੇਗਰਾਊਂਡ ਦੇ ਵਿੱਚ ਵੀ ਸਿੱਖੀ ਜਾ ਸਕਦੀ ਹੈ ਜੀ। ਜਿਵੇਂ ਅਸੀਂ ਛੋਟੇ ਬੱਚਿਆਂ ਨੂੰ ਸ਼ੇਪ ਸਿਖਾਉਣੀ ਹੈ, ਕਲਰ ਸਿਖਾਉਣੇ ਹੈ, ਡਿਫਰੈਂਟ ਜਿਵੇਂ ਚੀਜ਼ਾਂ ਸਿਖਾਉਣੀਆਂ ਹੈਗੀਆਂ ਬੱਚੇ ਨੂੰ, ਅਸੀਂ ਉਹਨਾਂ ਨੂੰ ਖੇਲ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਟਰੋਡਿਊਸ ਕਰ ਸਕਦੇ ਹਾਂ। ਬੱਚੇ ਨੇ ਸਿੱਖ ਵੀ ਲਿਆ ਅਤੇ ਬੱਚੇ ਨੇ ਬੋਰੀਅਤ ਵੀ ਮਹਿਸੂਸ ਨਹੀਂ ਕੀਤੀ। ਐਂਡ ਉਸ ਦੇ ਵਿੱਚ ਕੀ ਹੁੰਦਾ ਹੈ ਬੱਚੇ ਦੇ ਵਿੱਚ ਇੱਕ ਬੌਂਡਿੰਗ ਆਉਂਦੀ ਹੈ, ਟੀਮ ਸਪਿਰਿਟ ਆਉਂਦੀ ਹੈ ਅਤੇ ਇੱਕ ਕੇਅਰਿੰਗ ਐਂਡ ਸ਼ੇਅਰਿੰਗ ਦੀ ਫੀਲਿੰਗ ਆਉਂਦੀ ਹੈਗੀ ਹੈ। ਕੁਐਸਚਨਸ ਵੀ ਜਿਹੜੇ ਹੈਗੇ ਨੇ ਉਹ ਮੋਲਡ ਇਸ ਤਰੀਕੇ ਨਾਲ ਪੁੱਛੇ ਗਏ ਨੇ ਕਿ ਉਹਦੇ 'ਚ ਤੁਹਾਡਾ ਆਪਣਾ ਮਾਈਂਡਸੈਟ ਰਿਫਲੈਕਟ ਹੁੰਦਾ ਹੈ। ਫੋਰ ਐਗਜ਼ਾਮਪਲ ਕੇਸ ਸਟੱਡੀ ਬੇਸਡ ਕੁਐਸਚਨਸ ਇੰਟਰੋਡਿਊਸ ਕੀਤੇ ਨੇ। ਉਹ ਜਿਹੜੇ ਕੇਸ ਸਟੱਡੀ ਬੇਸਡ ਕੁਐਸਚਨਸ ਹੈਗੇ ਨੇ ਦੇਰ ਆਰ ਨੋ ਰਾਈਟ ਐਂਡ ਰੋਂਗ ਆਂਸਰਸ, ਇਟ ਇਜ਼ ਯੋਰ ਅਪਰੋਚ ਟੂਵਰਡਸ ਪ੍ਰੋਬਲਮ ਸੋਲਵਿੰਗ ਜੀ। ਠੀਕ ਹੈ, ਅਤੇ ਉਹਦੇ 'ਚ ਤੁਹਾਡੀ ਇੱਕ ਜਿਹੜੀ ਸੋਚ ਹੈਗੀ ਹੈ ਉਹ ਉੱਭਰ ਕੇ ਬਾਹਰ ਆਉਂਦੀ ਹੈ। ਸੋ ਕਿਤੇ ਨਾ ਕਿਤੇ ਤੁਹਾਡੀ ਇਹਦੇ 'ਚ ਵੈਲਿਊਜ਼ ਵੀ ਜਿਹੜੀਆਂ ਹੈਗੀਆਂ ਨੇ ਉਹ ਬਾਹਰ ਨਿਕਲ ਕੇ ਆਉਂਦੀਆਂ ਨੇ ਜੀ। ਜਿਹੜਾ ਤੁਸੀਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ, ਜਿਹੋ ਤੁਹਾਡਾ ਪਰਿਵਾਰ ਹੈਗਾ, ਜਿਹੋ ਜਿਹਾ ਪਿਛੋਕੜ ਹੈਗਾ, ਐਂਡ ਜਿਹੜਾ ਤੁਹਾਡਾ ਪਿਛੋਕੜ ਹੈ ਉਹ ਤੁਸੀਂ ਸਕੂਲ ਲੈ ਕੇ ਆ ਰਹੇ ਹੋ। ਠੀਕ ਹੈ, ਯੂ ਆਰ ਕੈਰਿੰਗ ਦੈਟ ਵੈਲਿਊ ਸਿਸਟਮ ਆਫ ਯੋਰ ਪੇਰੈਂਟਸ ਐਂਡ ਪੇਰੈਂਟਸ ਜਿਹੜੇ ਹੈਗੇ ਨੇ ਉਹ ਦੇ ਆਰ ਦ ਫਸਟ ਯੂ ਕੈਨ ਸੇ ਟੀਚਰਸ ਆਫ ਦ ਚਿਲਡਰਨ। ਅਸੀਂ ਤਾਂ ਸੈਕਿੰਡ ਪੇਰੈਂਟਸ ਹੈਗੇ ਹੀ ਹੈਗੇ ਹਾਂ ਬਟ ਆਫਕੋਰਸ ਦੈਨ ਜਿਹੜਾ ਹੈਗਾ ਐਕਚੁਅਲ ਜਿਹੜੀ ਹੈਂਡਸ ਔਨ ਲਰਨਿੰਗ ਜਿਹੜੀ ਹੋ ਰਹੀ ਹੈ ਉਹ ਘਰ ਤੋਂ ਸਟਾਰਟ ਹੋ ਰਹੀ ਹੈਗੀ ਹੈ। ਸੋ ਜਿਹੜਾ ਪੈਟਰਨ ਹੈਗਾ ਐਜੂਕੇਸ਼ਨ ਦਾ ਉਹ ਟੋਟਲੀ ਚੇਂਜ ਹੋ ਗਿਆ, ਸਾਰਾ ਸਟਾਈਲ ਚੇਂਜ ਹੋ ਗਿਆ ਵਿਦ ਦੀ ਇੰਪਲੀਮੈਂਟੇਸ਼ਨ ਆਫ NEP। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬੱਚਿਆਂ ਕੋਲ ਮੋਬਾਈਲ ਆ ਗਏ ਆ, ਉਹ ਉਹਨਾਂ ਦੀ ਲੋੜ ਵੀ ਬਣ ਗਈ ਹੈ, ਜ਼ੂਮ ਕਲਾਸਿਸ ਲਗਾਉਣੀਆਂ ਹੁੰਦੀਆਂ, ਪਰ ਕਈ ਪੇਰੈਂਟਸ ਜਦੋਂ ਥੋੜ੍ਹਾ ਬਹੁਤ ਵੀ ਟਰੈਕ ਤੋਂ ਉਤਰਦਾ ਬੱਚਾ ਟੀਚਰ ਨੂੰ ਪਹਿਲਾਂ ਪਤਾ ਲੱਗ ਜਾਂਦਾ ਉਹਦੀਆਂ ਹਰਕਤਾਂ ਤੋਂ, ਮਾਪਿਆਂ ਨੂੰ ਪਤਾ ਹੁੰਦਾ ਪਰ ਕਈ ਵਾਰੀ ਉਹਨਾਂ 'ਤੇ ਪਰਦਾ ਪਾਇਆ ਜਾਂਦਾ। ਕੁਝ ਇੱਦਾਂ ਦੀ ਜਿਹੜੀ ਹੈਗੀ ਆ ਜਦੋਂ ਵਿਚਾਰਧਾਰਾ ਟਰਾਈਪੋਲਰ ਪ੍ਰੋਸੈਸ ਹੈ ਐਜੂਕੇਸ਼ਨ, ਮਾਪੇ ਅਤੇ ਟੀਚਰ ਵਿਦਿਆਰਥੀ ਨੂੰ ਜੇ ਕੋਈ ਇੱਦਾਂ ਦੀ ਗੱਲ ਤੁਹਾਨੂੰ ਲੱਗਦੀ ਹੈ ਤੁਸੀਂ ਕਿਸ ਤਰੀਕੇ ਨਾਲ ਸਮਾਯੋਜਿਤ ਕਰਦੇ ਹੋ ਦੋਵਾਂ ਨੂੰ? ਕਿਸ ਤਰੀਕੇ ਨਾਲ ਫਿਰ ਮਾਪਿਆਂ ਦਾ ਰੋਲ ਵੱਧ ਜਾਂਦਾ ਹੈਗਾ ਜਦੋਂ ਤੁਸੀਂ ਕਿਸੇ ਵਿਦਿਆਰਥੀ ਬਾਰੇ ਉਹਦੇ ਪੇਰੈਂਟਸ ਨੂੰ ਦੱਸ ਦਿਓ ਕਿ ਇਹਦੇ ਟਰੈਕ ਤੋਂ ਉਤਰਨ ਦੇ ਜਿਹੜੇ ਹੈਗੇ ਆ ਉਹ ਸੰਕੇਤ ਮਿਲ ਰਹੇ ਆ, ਮਾਪਿਆਂ ਨਾਲ ਸਾਂਝੇ ਕਰਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਉਹ ਮੰਨਦੇ? ਦੇਖੋ, ਪਹਿਲਾਂ ਤਾਂ ਜਿਹੜਾ ਹੈ ਨਾ ਜਿਹੜਾ ਸਾਡਾ ਸਮਾਜ ਹੈਗਾ ਹਰ ਇੱਕ ਬੰਦੇ ਨੂੰ ਸਿਰੇ ਤੋਂ ਖਾਰਿਜ ਕਰ ਦਿੰਦਾ ਜੀ। ਉਹ ਪਹਿਲਾਂ ਹੀ ਕਹਿ ਦਿੰਦਾ, ਪਹਿਲੇ ਲੇਬਲ ਲਗਾ ਦਿੰਦਾ ਕਿ ਹਾਂ ਨਸ਼ੇੜੀ ਹੈ
ਜੀ ਜੇ ਬੱਚੇ ਨੂੰ ਉਸ ਕਲਾਸ 'ਚ ਨੀਂਦ ਵੀ ਆ ਰਹੀ ਹੈ ਜਾਂ ਬੱਚਾ ਥੋੜਾ ਜਿਹਾ ਕੋਈ ਕਿਸੇ ਹੋਰ ਪ੍ਰੋਬਲਮ ਦੇ ਨਾਲ ਵੀ ਗ੍ਰਸਿਤ ਹੈਗਾ ਹੈ ਤੇ ਸਟੇਟ ਅਵੇ ਆਪਾਂ ਕਹਿ ਦਿੰਦੇ ਵੀ ਕਿਤੇ ਕੁਝ ਖਾ ਪੀ ਤਾਂ ਨਹੀਂ ਰਿਹਾ, ਕਿਤੇ ਕੁਝ ਇਹਦੀ ਸਬਸਟੈਂਸ ਅਬਿਊਜ਼ ਤਾਂ ਨਹੀਂ ਹੈਗਾ, ਦੇਖਣ ਨੂੰ ਇਹੋ ਜੀ ਸਥਿਤੀ ਬਣ ਜਾਂਦੀ ਹੈ। ਐਂਡ ਜੇ ਅਸੀਂ ਕਹਿ ਦਿੰਦੇ ਹਾਂ ਕਿ ਪੇਰੈਂਟ ਨੂੰ ਬੁਲਾ ਕੇ ਜੇ ਕਹਿੰਦੇ ਹਾਂ ਕਿ ਸਾਨੂੰ ਡਾਊਟ ਹੈ, ਅਸੀਂ ਕਹਿ ਨਹੀਂ ਰਹੇ ਕਨਫਰਮ ਕਿ ਇਹ ਚੀਜ਼ ਹੈਗੀ ਹੈ, ਉਹ ਪੇਰੈਂਟ ਉਸ ਚੀਜ਼ ਨੂੰ ਗਲਤ ਨਜ਼ਰੀਏ ਨਾਲ ਲੈਂਦਾ ਹੈ ਕਿ ਤੁਸੀਂ ਮੇਰੇ ਬੱਚੇ ਨੂੰ ਸ਼ਾਇਦ ਟਾਰਗੇਟ ਕਰ ਰਹੇ ਹੋ ਜਾਂ ਆਪਣਾ ਮੇਰਾ ਬੱਚਾ ਇਹੋ ਜਿਹਾ ਨਹੀਂ ਹੋ ਸਕਦਾ। ਕੋਈ ਵੀ ਪੇਰੈਂਟ ਹੋਵੇ ਉਹ ਡਿਨਾਇਲ ਮੋਡ 'ਚ ਚਲਾ ਜਾਂਦਾ ਹੈ ਕਿ ਨਹੀਂ ਕਿਸੇ ਦਾ ਬੱਚਾ ਹੋ ਸਕਦਾ ਹੈ ਪਰ ਮੇਰਾ ਬੱਚਾ ਨਹੀਂ ਹੋ ਸਕਦਾ। ਬਿਲਕੁਲ ਠੀਕ ਹੈ। ਇਹਦੇ 'ਚ ਦੇਖੋ ਫਸਟ ਆਫ ਆਲ ਜਿਹੜੀ ਹੈ ਨਾ ਇਹਨੂੰ ਸਟਿਗਮਾ ਲੈਣਾ ਵੀ ਇਟ ਇਜ਼ ਸਟਿਗਮਾਟਾਈਜ਼ਡ ਵੀ ਇਹ ਤਾਂ ਜੀ ਨਸ਼ੇੜੀ ਹੈ, ਇਹ ਤਾਂ ਗੌਨ ਕੇਸ ਹੈ, ਇਹਦਾ ਕੁਝ ਨਹੀਂ ਹੋ ਸਕਦਾ। ਹੀ ਇਜ਼ ਲੇਬਲਡ ਵਨਸ ਐਂਡ ਫॉर ਆਲ। ਜੀ ਤੁਹਾਨੂੰ ਮੈਂ ਐਗਜ਼ਾਮਪਲ ਦੇਣੀ ਹੈ ਕਿ ਜਿਹੜੇ ਸਰਕਾਰਾਂ ਨੇ ਜੇਲ੍ਹਾਂ ਖੋਲੀਆਂ ਹੋਈਆਂ ਨੇ ਜੀ ਉਹਨਾਂ ਦੇ ਅੱਗੇ ਜਿਹੜੇ ਬੋਰਡ ਲੱਗਿਆ ਹੋਇਆ ਹੈ ਉਹਨਾਂ ਨੂੰ ਆਪਾਂ ਜੇਲ੍ਹ ਨਹੀਂ ਕਹਿੰਦੇ, ਸੁਧਾਰ ਘਰ, ਕੇਂਦਰੀ ਸੁਧਾਰ ਘਰ ਕਹਿੰਦੇ ਆ। ਸੁਧਾਰ ਮੀਨਸ ਕਿ ਦੇ ਆਰ ਰੈਫਰਮੇਟਰੀ ਸੈਂਟਰਸ ਜੀ, ਕਿਉਂਕਿ ਜੇਲ੍ਹ ਦੇ ਵਿੱਚ ਵੀ ਲਾਇਬ੍ਰੇਰੀ ਹੈ, ਗੇਮਸ ਹੈ, ਸਪੋਰਟਸ ਹੈ, ਵੋਕੇਸ਼ਨਸ ਹੈਗੀਆਂ ਨੇ ਕੈਦੀਆਂ ਨੂੰ ਮੈਂਟਲੀ ਐਂਡ ਫਿਜ਼ੀਕਲੀ ਐਂਗੇਜ ਕਰਨ ਲਈ, ਠੀਕ ਹੈ, ਤਾਂ ਕਿ ਜਦੋਂ ਸਜ਼ਾ ਪੂਰੀ ਕਰਕੇ ਜਦੋਂ ਆਪਣੀ ਬਾਹਰਲੀ ਦੁਨੀਆ 'ਚ ਕਦਮ ਰੱਖਣ ਅਤੇ ਜਿਹੜੇ ਸਕਿੱਲਸ ਉਹਨਾਂ ਨੇ ਅਕਵਾਇਰ ਕੀਤੇ ਨੇ ਉਹਨਾਂ ਸਕਿੱਲਸ ਦੇ ਰਾਹੀਂ ਆਪਣੇ ਲਾਈਵਲੀਹੁੱਡ ਕਮਾ ਸਕਣ, ਠੀਕ ਹੈ ਜੀ। ਬਟ ਬੱਚੇ ਨੂੰ ਆਪਾਂ ਇੱਕ ਕ੍ਰਿਮੀਨਲ ਦੇ ਤੌਰ 'ਤੇ ਨਹੀਂ ਦੇਖਣਾ, ਉਹ ਬੱਚਾ ਹੈ, ਠੀਕ ਹੈ, ਕਿੰਨਾ ਕਾਰਨਾਂ ਕਰਕੇ ਉਹ ਭਟਕ ਗਿਆ ਹੈਗਾ। ਇਟ ਨੀਡਸ ਅ ਵੈਰੀ ਕੰਪੈਸ਼ਨੇਟ ਐਂਡ ਵੈਰੀ ਕੇਅਰਫੁਲ ਹੈਂਡਲਿੰਗ। ਬੜਾ ਸੈਂਸਿਟਿਵ ਜਿਹਾ ਇਸ਼ੂ ਹੈ, ਬੜਾ ਸੰਵੇਦਨਸ਼ੀਲ ਇਸ਼ੂ ਹੈਗਾ ਜੀ, ਅਤੇ ਕੋਈ ਵੀ ਮਾਂ ਬਾਪ ਜਿਹੜਾ ਹੈਗਾ ਆਪਣੇ ਬੱਚੇ ਬਾਰੇ ਨੈਗੇਟਿਵ ਚੀਜ਼ ਨਹੀਂ ਸੁਣਨਾ ਚਾਹੁੰਦਾ ਹੈਗਾ। ਬਟ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਆਪਾਂ ਜਿਵੇਂ ਇੱਕ ਹੈ ਨਾ ਪੰਜਾਬੀ 'ਚ ਉਦਾਹਰਨ ਹੁੰਦੀ ਹੈ ਕਿ ਹਾਂ ਬਿੱਲੀ ਤਾਂ ਸੋ ਰਹੀ ਹੈ ਜੀ ਕਿ ਉਹ ਕਬੂਤਰ ਸੋ ਰਿਹਾ, ਕਿਵੇਂ ਹੁੰਦਾ ਕੁਛ ਹੈ ਨਾ, ਕਬੂਤਰ ਨੂੰ ਲੱਗਦਾ ਕਿ ਹਾਂ ਯੈਸ ਇਟ ਇਜ਼ ਲਾਈਕ ਦੈਟ। ਹਾਂ ਸੋ ਇਟ ਇਜ਼ ਲਾਈਕ ਦੈਟ ਕਿ ਨਹੀਂ ਮੇਰੇ ਬੱਚੇ ਨੂੰ ਇਸ ਤਰ੍ਹਾਂ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ, ਬਿਕੋਜ਼ ਆਈ ਐਮ ਰਾਈਟ। ਜੇ ਮੈਂ ਚੰਗਾ ਹਾਂ ਤਾਂ ਮੇਰਾ ਬੱਚਾ ਆਟੋਮੈਟਿਕਲੀ ਉਹਦੇ 'ਚ ਮੇਰੇ ਵੈਲਿਊਜ਼ ਹੈਗੇ ਨੇ ਅਤੇ ਮੇਰਾ ਬੱਚਾ ਕਦੇ ਵੀ ਗਲਤ ਨਹੀਂ ਰਾਹ 'ਤੇ ਨਹੀਂ ਜਾ ਸਕਦਾ। ਬਟ ਅਸੀਂ ਵੀ ਬੀਇੰਗ ਅ ਪੇਰੈਂਟ ਆਫ ਐਨ ਐਡੋਲੈਸੈਂਟ ਵੀ ਹੈਵ ਟੂ ਬੀ ਵੈਰੀ ਵੈਰੀ ਪ੍ਰੋਐਕਟਿਵ। ਸਾਨੂੰ ਸਮੇਂ ਤੋਂ ਪਹਿਲਾਂ ਜਿਹੜੀ ਹੈਗੀ ਹੈ ਸੋਚਣ ਦੀ ਲੋੜ ਹੈਗੀ ਹੈ, ਬੱਚੇ ਨੂੰ ਸਾਰੀ ਗੱਲ ਦੱਸੀ ਜਾਵੇ, ਪਲੱਸ ਬੱਚੇ ਦੇ ਕੀ ਫਰੈਂਡ ਸਰਕਲ ਹੈ, ਬੱਚੇ ਦਾ ਕੀ ਆਉਣਾ ਜਾਣਾ ਹੈ, ਕਿੱਥੇ ਆਉਂਦਾ ਜਾਂਦਾ ਹੈ ਬੱਚਾ, ਐਂਡ ਸਾਰੀ ਚੀਜ਼ ਦੇ ਉੱਤੇ ਜਿਹੜਾ ਹੈਗਾ ਅਸੀਂ ਮੈਂ ਨਹੀਂ ਕਹਿੰਦੀ ਕਿ ਤੁਸੀਂ ਪਿੱਛਾ ਕਰੋ, ਬਟ ਯੈਸ ਆਫ ਕੋਰਸ ਯੂ ਮਸਟ ਚੈੱਕ, ਠੀਕ ਹੈ, ਟਰਸਟ ਕਰੋ, ਬਟ ਟਰਸਟ ਵੀ ਤੁਸੀਂ ਬੱਚੇ ਦਾ ਵੇਖ ਕੇ ਕਰੋ ਐਂਡ ਬੱਚੇ ਨੂੰ ਜਿਹੜਾ ਹੈਗਾ ਆਪਣਾ ਫਰੈਂਡ ਬਣਾਓ ਤਾਂ ਕਿ ਬੱਚਾ ਤੁਹਾਨੂੰ ਸਾਰੀ ਗੱਲ ਆ ਕੇ ਦੱਸੇ। ਜੇ ਤੁਹਾਨੂੰ ਇਹੋ ਜਿਹੇ ਕੁਝ ਸਿੰਪਟਮਸ ਲੱਗ ਵੀ ਰਹੇ ਨੇ ਅਤੇ ਪਲੀਜ਼ ਸਰਚ ਇਟ ਥੋਰੋਲੀ, ਬੱਚੇ ਦੇ ਕਮਰੇ ਨੂੰ ਚੈੱਕ ਕਰੋ, ਬੱਚੇ ਦੇ ਬਿਹੇਵੀਅਰ ਨੂੰ ਚੈੱਕ ਕਰੋ ਕਿ ਬੱਚਾ ਕਮਿਊਨੀਕੇਸ਼ਨ ਵਾਈਜ਼ ਕਿਤੇ ਵਿਡਰੋ ਤਾਂ ਨਹੀਂ ਕਰ ਰਿਹਾ, ਇਕੱਲਾ ਤਾਂ ਨਹੀਂ ਰਹਿਣ ਲੱਗ ਗਿਆ, ਜਾਂ ਸਡਨਲੀ ਘਰ ਦੇ ਵਿੱਚੋਂ ਕੋਈ ਚੀਜ਼ਾਂ ਗਾਇਬ ਹੋ ਰਹੀਆਂ ਨੇ, ਜਾਂ ਬੱਚਾ ਤੁਹਾਡੇ ਕੋਲੋਂ ਕੋਈ ਅਨਡਿਊ ਡਿਮਾਂਡ ਕਰ ਰਿਹਾ, ਕਿਸੇ ਪੈਸੇ ਦੀ ਡਿਮਾਂਡ ਕਰ ਰਿਹਾ ਅਤੇ ਵਾਈ ਹੀ ਇਜ਼ ਆਸਕਿੰਗ ਜੀ। ਅਤੇ ਬੱਚੇ ਬਹੁਤ ਕੁਝ ਕਰਦੇ ਹੈਗੇ ਨੇ, ਈਵਨ ਤੁਹਾਡੇ ਕ੍ਰੈਡਿਟ ਕਾਰਡਸ ਤੋਂ ਵੀ ਪੈਸਾ ਕੱਢ ਲੈਂਦੇ ਹੈਗੇ ਨੇ, ਬਿਲਕੁਲ ਠੀਕ ਹੈ ਨਾ, ਬਹੁਤ ਸਾਰੀ ਚੀਜ਼ਾਂ ਹੈਗੀਆਂ ਨੇ ਮਤਲਬ ਆਪਣਾ ਐਸਾ ਪੈਸੇ ਕੱਢਣ ਦੀ ਵੀ ਪੇਰੈਂਟਸ ਕੋਲੋਂ। ਬਟ ਦੈਨ ਜਿਹੜਾ ਹੈਗਾ ਉਹ ਬੱਚਾ ਜਿਹੜਾ ਹੈਗਾ ਉਹ ਅੰਡਰ ਪ੍ਰੈਸ਼ਰ ਹੈ, ਉਹਨੂੰ ਕੁਝ ਪ੍ਰੋਬਲਮ ਹੈਗੀ ਹੈ ਐਂਡ ਦੈਟ ਪ੍ਰੋਬਲਮ ਨੀਡਸ ਟੂ ਬੀ, ਬੱਚੇ ਨੂੰ ਆਪਾਂ ਐਲੀਮੀਨੇਟ ਨਹੀਂ ਕਰਨਾ, ਅਸੀਂ ਪ੍ਰੋਬਲਮ ਨੂੰ ਐਲੀਮੀਨੇਟ ਕਰਨਾ ਹੈ। ਅਤੇ ਇੱਕ ਗੱਲ ਹੋਰ ਜਿਹੜਾ ਕਿ ਆਪਾਂ ਅੱਜ ਕੱਲ੍ਹ ਨਿਊਜ਼ਪੇਪਰ ਦੇ ਵਿੱਚ, ਪ੍ਰਿੰਟ ਮੀਡੀਆ ਦੇ ਵਿੱਚ ਜਾਂ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਿਹੜਾ ਬੰਦਾ ਨਸ਼ਾ ਕਰ ਰਿਹਾ ਹੈ ਜਾਂ ਕੋਈ ਮਰਿਆ ਪਿਆ ਪਾਰਕ ਦੇ ਵਿੱਚ ਜਿਹਦੇ ਬੋਡੀ ਦੇ ਵਿੱਚ ਕੋਈ ਸਿਰਿੰਜ ਟੰਗੀ ਹੋਈ ਨਜ਼ਰ ਆ ਰਹੀ ਹੈ ਲਾਈਕ ਦੈਟ, ਉਹਦਾ ਅਸੀਂ ਗ੍ਰਾਫਿਕ ਡਿਟੇਲਸ ਦਿੰਦੇ ਹਾਂ ਨਾ, ਆਪਾਂ ਡਿਟੇਲਸ ਤਾਂ ਦੇ ਰਹੇ ਹਾਂ ਕਿ ਲੋਕਾਂ ਨੂੰ ਚੇਤਨਾ ਕਰਨ ਵਾਸਤੇ, ਜਾਗ੍ਰਿਤੀ ਦੇਣ ਵਾਸਤੇ, ਬਟ ਉਹਦਾ ਇੱਕ ਨੈਗੇਟਿਵ ਇੰਪੈਕਟ ਵੀ ਪੈ ਰਿਹਾ ਹੈਗਾ ਹੈ। ਬਿਲਕੁਲ ਜੀ, ਤੇ ਵੀ ਹੈਵ ਟੂ ਕਿਉਰ ਦ ਡਿਜ਼ੀਜ਼ ਨਾਟ ਦ ਡਿਜ਼ੀਜ਼ਡ। ਬਿਲਕੁਲ ਜੀ, ਉਹ ਰੋਗੀ ਨੇ, ਉਹ ਸਮਾਜ ਦਾ ਹਿੱਸਾ ਨੇ, ਉਹਨਾਂ ਨੂੰ ਅਸੀਂ ਮੁੱਖ ਧਾਰਾ 'ਚ ਲਿਆ ਕੇ ਠੀਕ ਵੀ ਕਰਨਾ, ਸਾਡੇ ਹੀ ਉਹ ਬੱਚੇ ਹੈ, ਉਹਨਾਂ ਦੀ ਆਇਡੈਂਟੀਟੀ ਰਿਵੀਲ ਨਾ ਕੀਤੀ ਜਾਵੇ ਜੀ, ਦੇਅਰ ਆਇਡੈਂਟੀਟੀ ਸ਼ੁੱਡ ਬੀ ਨਾਟ ਰਿਵੀਲਡ ਐਂਡ ਦੈਨ ਐਟ ਦ ਸੇਮ ਟਾਈਮ ਇਹੋ ਜਿਹੀ ਖਬਰਾਂ ਦੇ ਉੱਤੇ ਜਿਹੜਾ ਹੈਗਾ ਥੋੜ੍ਹੀ ਜਿਹੀ ਸ਼ੇਡਿੰਗ ਕਰ ਦਿੱਤੀ ਜਾਵੇ ਜਾਂ ਥੋੜ੍ਹੀ ਜਿਹੀ ਫੋਗਿੰਗ ਕਰ ਦਿੱਤੀ ਜਾਵੇ ਤਾਂ ਕਿ ਉਹ ਐਪਰੈਂਟਲੀ ਵਿਜ਼ੀਬਲ ਨਾ ਹੋਵੇ ਜੀ। ਸੱਤ ਸਮੁੰਦਰੋਂ ਪਾਰ ਸਾਡੇ ਨਾਲ ਖਾਲਸਾ ਜੀ ਜੁੜੇ ਨੇ। ਖਾਲਸਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਪਹਿਲਾਂ ਤਾਂ ਮੈਨੂੰ ਇਉਂ ਦੱਸੋ ਕਿ ਇਹ ਬੀਬੀ ਹੋਣੀ ਜਿਹੜੇ ਤੁਹਾਡੇ ਅੱਜ ਮਹਿਮਾਨ ਹੈ, ਇਹ ਕੌਣ ਹੈ ਤਾਂ ਕਿ ਮੈਂ ਉਹ ਜਿਹਾ ਕੁਐਸਚਨ ਕਰਾਂ ਜੀ। ਅੱਜ ਲੱਗਦਾ ਰੇਡੀਓ ਸੈੱਟ ਖਾਲਸਾ ਜੀ ਨੇ ਦੇਰੀ ਨਾਲ ਜਿਹੜਾ ਹੈਗਾ ਔਨ ਕੀਤਾ। ਮੈਡਮ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਬਠਿੰਡਾ ਜੀ, ਪ੍ਰਿੰਸੀਪਲ ਮੋਨਿਕਾ ਸਿੰਘ ਜੀ ਨੇ। ਉਹ ਆਈ ਸੀ, ਚਲੋ ਮੇਰੇ ਕਹਿਣ ਦਾ ਮਤਲਬ ਇਹ ਜਿਹੜੀ ਹੈ ਜੀ, ਇਹ
ਸਾਡਾ ਬੱਚੇ ਜਿਹੜੇ ਕਲਾਸ ਵਿੱਚ ਬਹਿ ਕੇ ਬਲੈਕ ਬੋਰਡ ਤੇ ਜਿਹੜਾ ਹੈ ਉਹ ਉਹਨਾਂ ਨੂੰ ਪੜ੍ਹਾਉਂਦੇ ਨੇ ਜੀ ਤੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਚਲੀ ਆਈ ਹੈ ਗੀਤ ਔਰ ਸੈੱਲ ਫੋਨ ਦਾ ਇਸਤੇਮਾਲ ਜਿਹੜਾ ਹੈ ਉਹਦੇ ਤੇ ਆਨਲਾਈਨ ਐਜੂਕੇਸ਼ਨ ਜਿਹੜਾ ਹੈ ਜੀ ਉਹ ਪਹੁੰਚਦਾ ਬੱਚਿਆਂ ਤੱਕ ਆਈਸਾਈਟ ਤੇ ਜ਼ਿਆਦਾ ਅਸਰ ਪਾਉਂਦਾ ਹੈ ਰਾਜ ਜੀ ਇਹ ਦੱਸੋ ਜੀ ਸੈੱਲ ਫੋਨ ਤੇ ਖਾਲਸਾ ਜੀ ਕਹਿੰਦੇ ਆਈਸਾਈਟ ਤੇ ਵੀ ਅਸਰ ਪੈਂਦਾ ਆਨਲਾਈਨ ਕਲਾਸਿਸ ਲਗਾਉਂਦੇ ਆ ਬੱਚੇ ਬੜਾ ਟਾਈਮ ਉਸ ਤੇ ਅੰਗੇਜ ਰਹਿੰਦੇ ਨੇ ਤਾਂ ਇਹਦੇ ਲਈ ਕੀ ਤੁਸੀਂ ਸੁਝਾਅ ਦੇ ਸਕਦੇ ਹੋ ਸੁਜੈਸ਼ਨਸ ਤੁਹਾਡੀ ਕੀ ਹੈ ਕਿਸ ਤਰੀਕੇ ਕਿਉਂਕਿ ਇਹ ਪ੍ਰਚਲਨ ਹੋ ਗਿਆ ਕਿ 1-2 ਛੁੱਟੀਆਂ ਵੀ ਹੋ ਜਾਣ ਹੁਣ ਸਕੂਲ ਨਾਲ ਦੀ ਨਾਲ ਜਿਹੜਾ ਹੈਗਾ ਉਹ ਮੈਸੇਜ ਭੇਜ ਦਿੰਦਾ ਕਿ ਤੁਹਾਡੀ ਜ਼ੂਮ ਕਲਾਸ ਹੈਗੀ ਹੈ ਕਿਉਂਕਿ ਉਹ ਇੱਕ ਐਸਾ ਜ਼ਰੀਆ ਸੀ ਕਿ ਉਹਨਾਂ ਨੇ ਇਜਾਦ ਕਰ ਲਿਆ ਡਿਊਰਿੰਗ ਲੋਕਡਾਊਨ ਜੀ ਕਿ ਤਾਂ ਕਿ ਪੜ੍ਹਾਈ ਦਾ ਜਿਹੜਾ ਇੱਕ ਲੜੀ ਹੈਗੀ ਹੈ ਗੈਪ ਨਾ ਪਵੇ ਕਿ ਜੇ ਮੰਨ ਲਓ ਜਿਵੇਂ ਫੋਰ ਐਗਜ਼ਾਮਪਲ ਪਿੱਛੇ ਕਾ ਹੁਣ ਫਲੱਡ ਸਿਚੁਏਸ਼ਨ ਸੀਗੀ ਅਤੇ ਸਾਡੇ ਇਸ ਪਾਸੇ ਤਾਂ ਕੋਈ ਬਠਿੰਡੇ ਸਾਈਡ ਤਾਂ ਕੋਈ ਆਪਣਾ ਜ਼ਿਆਦਾ ਮੀਂਹ ਦੀ ਕਰੋਪੀ ਨਹੀਂ ਸੀਗੀ ਔਰ ਜਾਂ ਮੀਂਹ ਦਾ ਸਾਇਆ ਨਹੀਂ ਸੀਗਾ ਬਟ ਫਿਰ ਵੀ ਜਿਹੜਾ ਸੀਗਾ ਸਾਡੇ ਸਾਈਡ ਦੇ ਜਿਹੜੇ ਸਕੂਲ ਸੀਗੇ ਉਹ ਬੰਦ ਕਰ ਦਿੱਤੇ ਗਏ ਸੀ 4 ਜਾਂ 5 ਦਿਨ ਵਾਸਤੇ ਜੀ ਅਤੇ ਉਹ 4 ਜਾਂ 5 ਦਿਨ ਦਾ ਟਾਈਮ ਸੀਗਾ ਉਹ ਵੀ ਅਸੀਂ ਜਿਹੜਾ ਸੀਗਾ ਆਨਲਾਈਨ ਕਲਾਸਿਸ ਦੇ ਨਾਲ ਉਸ ਬੱਚਿਆਂ ਨੂੰ ਇੰਗੇਜ ਕੀਤਾ ਤਾਂ ਕਿ ਸਿਹਤ ਦੇਖੋ ਇਸ ਤਰ੍ਹਾਂ ਹੈਗੀ ਕਿ ਸਾਨੂੰ ਟਾਈਮਲੀ ਫਰੀਕੁਐਂਟਲੀ ਸਾਨੂੰ ਬ੍ਰੇਕ ਲੈਣੀਆਂ ਪੈਣਗੀਆਂ अपना स्क्रीन टाइम मिनीमाइज़ करना पेगा घटाना पेगा क्योंकि जे तो असी एजुकेशन लैनी है एजुकेशन पर्पस लिए असी फोन यूज़ करना है वी कैन यूज़ वी हैव टू यूज़ इट इज़ एब्सोल्यूटली मैंडेटरी बट एट द सेम टाइम जिहड़ा हैगा सानू स्क्रीन टाइम जिहड़ा हैगा अपना घटाना पेगा अखां दे बच्चों दी उदों भी खराब होंदियां सी जदों बच्चे टीवी देखदे सीगे जदों टीवी दी इहो जिहियां स्क्रीनां आंदियां सीगियां इहो जिहियां लाइट्स जिहड़ियां सीगियां क्योंकि मोबाइल फोन तो पहलां बच्चे टीवी देखदे हुंदे सी टीवी दे नाल जुड़े होए सी बहुत ज़्यादा ਅਤੇ ਟੀ ਵੀ ਦੇ ਮੂਹਰੇ ਜਿਹੜੇ ਬੱਚੇ ਕਾਰਟੂਨਸ ਵੇਖ ਕੇ ਖਾਣਾ ਖਾਂਦੇ ਸੀਗੇ ਅਤੇ ਮਾਵਾਂ ਵੀ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਸੀਗਾ ਉਹ ਉਹਨਾਂ ਦਾ ਫੇਵਰਟ ਕਾਰਟੂਨ ਸ਼ੋਅ ਚਲਾ ਕੇ ਉਹਨਾਂ ਦੇ ਮੂੰਹ 'ਚ ਵਾੜਦੀਆਂ ਸੀਗੀਆਂ ਉਹ ਟੀ ਵੀ ਦਾ ਕੰਮ ਹੁਣ ਮੋਬਾਈਲ 'ਤੇ ਸ਼ਿਫਟ ਹੋ ਗਿਆ ਉਹ 6 ਮਹੀਨੇ ਦਾ ਬੱਚਾ ਜਾਂ 8 ਮਹੀਨੇ ਦਾ ਬੱਚਾ ਕੋਈ ਵੀ ਕੋਈ ਚੀਜ਼ ਖਾਣੀ ਪੀਣੀ ਹੁੰਦੀ ਹੈ ਅਤੇ ਉਹ ਆਪਣਾ ਉਂਗਲਾਂ ਚਲਾਉਣੀ ਸਿੱਖ ਲੈਂਦਾ ਸਮਾਰਟਫੋਨ 'ਤੇ ਉਹ ਆਪਣਾ ਗੇਮਾਂ ਖੇਡਦਾ ਰਹਿੰਦਾ ਹੈਗਾ ਟੌਮ ਐਂਡ ਜੈਰੀ ਅਤੇ ਹੋਰ ਆਪਣਾ ਜੋ ਇਹ ਕਾਰਟੂਨਸ ਦੇਖਦਾ ਰਹਿੰਦਾ ਹੈਗਾ ਅਤੇ ਨਾਲੇ ਆਪਣਾ ਖਾਈ ਪੀ ਜਾਂਦਾ ਹੈਗਾ ਕਹਿਣ ਤੋਂ ਭਾਵ ਇਹ ਹੈ ਕਿ ਸਕਰੀਨ ਟਾਈਮ ਘਟਾਉਣਾ ਚਾਹੀਦਾ ਹੈ ਸਕਰੀਨ ਟਾਈਮ ਸ਼ੁੱਡ ਬੀ ਮਿਨੀਮਾਈਜ਼ ਖਾਲਸਾ ਜੀ ਇੱਕ ਸਵਾਲ ਤੁਹਾਨੂੰ ਵੀ ਹੈਗਾ ਕਿ ਤੁਸੀਂ ਬੜੇ ਸਹੀ ਟਾਈਮ 'ਤੇ ਫੋਨ ਕਰਦੇ ਹੋ ਕਿ ਇੱਧਰ ਜਿਹੜਾ ਹੈਗਾ ਵਿਦਿਆਰਥੀ +2 ਤੋਂ ਬਾਅਦ ਆ ਜਾਂਦੇ ਆ ਜੀ ਅਤੇ ਅਸੀਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਕਿ ਬੜਾ ਸ਼ਰਾਬ ਦਾ ਸੇਵਨ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਗਾ ਅਤੇ ਬੜਾ ਇਹ ਵੀ ਪਤਾ ਲੱਗਦਾ ਕਿ ਉੱਥੇ ਈਜ਼ਲੀ ਅਵੇਲੇਬਲ ਨੇ ਡਰੱਗਸ ਅਤੇ ਜਦੋਂ ਰੁਜ਼ਗਾਰ ਨਹੀਂ ਮਿਲਦਾ ਤਾਂ ਕੁਝ ਵਿਦਿਆਰਥੀ ਸਾਰੇ ਤਾਂ ਨਹੀਂ ਅਸੀਂ ਕਹਿੰਦੇ ਉਹ ਇੱਧਰ ਨੂੰ ਰੁਝਾਨ ਹੋ ਜਾਂਦਾ ਇੱਥੋਂ ਦੀ ਅਸਲੀਅਤ ਖਾਲਸਾ ਜੀ ਜੇ ਸਾਂਝੀ ਕਰੋ ਅਤੇ ਉਸ ਤੋਂ ਬਾਅਦ ਮੈਮ ਤੋਂ ਇੱਕ ਸਵਾਲ ਵੀ ਅਸੀਂ ਕਰਨਾ ਓਕੇ ਚਲੋ ਨਹੀਂ ਹੈਲੋ ਉੱਥੇ ਜਿਹੜੀ ਬੁਰੀ ਰੀਤ ਪਾਈ ਜਾ ਰਹੀ ਹੈ ਨਾ ਜੀ ਜੀ ਇਹ ਹੈ ਕਿ ਜਿਹੜਾ ਬਿਗਨਿੰਗ ਹੈ ਬੱਚੇ ਦਾ ਉਹ ਹੈ ਮਾਂ ਬਾਪ ਤੋਂ ਜੀ ਕਿਉਂਕਿ ਮਾਂ ਬਾਪ ਦੇ ਵਿੱਚ ਇੰਨੀ ਜ਼ਿਆਦਾ ਮੇਰੇ ਕਹਿਣ ਦਾ ਮਤਲਬ ਅੱਜ ਕੱਲ੍ਹ ਦੇਖੋ ਤਾਂ ਵਾਲਾ ਕੰਮ ਹੈ ਨਹੀਂ ਜੀ ਜਦ ਕੋਈ ਚਲਾ ਦਿੰਦੇ ਆ ਸਿਰ ਪਾੜ ਦਿੰਦੇ ਆ ਇਹ ਧਿਆਨ ਜਿਹੜਾ ਹੈ ਇਹ ਕਰਨਾ ਚਾਹੀਦਾ ਐਜੂਕੇਸ਼ਨ ਜਿਹੜਾ ਹੈ ਉਹ ਬਹੁਤ ਜੀ ਔਰ ਉਸ ਤੋਂ ਬਾਅਦ ਦੂਜੀਆਂ ਜਿਹੜੀਆਂ ਉਹ ਆਟੋਮੈਟਿਕ ਬੱਚਾ ਜਿਹੜਾ ਹੈ ਕਿਉਂਕਿ ਸਾਡੇ ਮੌਕੇ ਸਾਡੇ ਟੀਚਰ ਦਾ ਰੱਬ ਜੀ ਮੇਰੇ ਕਹਿਣ ਦਾ ਮਤਲਬ ਦੀ ਸਦਕਾ ਹੀ ਅੱਜ ਅਸੀਂ ਜੀ ਪਹੁੰਚੇ ਤੇ ਮੇਰੇ ਕਹਿਣ ਦਾ ਮਤਲਬ ਕਿ ਇਹ ਜਿੰਨੀ ਦੇਰ ਪੰਤਰ ਨੂੰ ਦੁਬਾਰਾ ਉਹੀ ਚੀਜ਼ ਨਹੀਂ ਬਣਾਉਂਦੇ ਉਨੀ ਦੇਰ ਇੱਥੇ ਦੀ ਨੌਜਵਾਨੀ ਜਿਹੜੀ ਬੱਚੀਆਂ ਜਾਂ ਬੱਚੇ ਉਹ ਜਿਹੜੇ ਸਿਹਤਯਾਬ ਨਹੀਂ ਰਹਿ ਸਕਦੇ ਉਹਨੇ ਔਰ ਮੇਰੇ ਕਹਿਣ ਦਾ ਮਤਲਬ ਉਹਨਾਂ ਦੀ ਸਿਹਤ ਦਾ ਖਿਆਲ ਸਭ ਤੋਂ ਜ਼ਰੂਰੀ ਹੈ ਜੇ ਸਿਹਤ ਹੈ ਤਾਂ ਸਭ ਕੁਝ ਹੈ ਇਹਦੇ ਕਹਿਦਾ ਥੈਂਕ ਯੂ ਖਾਲਸਾ ਜੀ ਬਿਲਕੁਲ ਸਿਹਤ ਦੀ ਗੱਲ ਖਾਲਸਾ ਜੀ ਨੇ ਕੀਤੀ ਆ ਅਤੇ ਉਹੀ ਗੱਲ ਆ ਕਿ ਜੇਕਰ ਮਾਪੇ ਜਿਹੜੇ ਸ਼ੁਰੂ ਤੋਂ ਵਾਚਫੁਲ ਨੇ ਧਿਆਨ ਰੱਖਦੇ ਆ ਤਾਂ ਸਿਹਤ ਵੀ ਠੀਕ ਰਹਿ ਜਾਂਦੀ ਹੈ ਮੈਡਮ ਜਦੋਂ ਵਿਦਿਆਰਥੀ ਇੱਥੋਂ +2 ਤੋਂ ਬਾਅਦ ਹੀ ਜਾਂਦੇ ਆ ਉਹੀ ਸਵਾਲ ਤੁਹਾਨੂੰ ਵੀ ਹੈ ਖਾਲਸਾ ਜੀ ਤਾਂ ਜਿੰਨਾ ਕੁ ਦੱਸ ਸਕਦੇ ਸੀ ਉਹਨਾਂ ਨੇ ਵਧੀਆ ਤਰੀਕੇ ਨਾਲ ਆਪਾਂ ਨੂੰ ਦੱਸਿਆ ਤਾਂ +2 ਤੋਂ ਬਾਅਦ ਇੱਕਦਮ ਤਾਂ ਵਿਦਿਆਰਥੀ ਇੰਡਲਜ ਨਹੀਂ ਹੁੰਦੇ ਇੱਧਰ ਇਹਦੇ ਲਈ ਕਿਹੋ ਜਿਹੇ ਪ੍ਰੀਕਾਸ਼ਨਸ ਲੈ ਸਕਦੀਆਂ ਫੈਮਲੀਆਂ ਜਿਹੜੀਆਂ ਉੱਧਰ ਭੇਜਦੀਆਂ ਬੱਚੇ ਅਤੇ ਜਾਂਦੇ ਸਾਰ ਜਿਹੜਾ ਹੈਗਾ ਉਹਨਾਂ ਨੂੰ ਇੰਨੀ ਖੁੱਲ੍ਹ ਮਿਲਦੀ ਹੈ ਤਾਂ ਉਹਦਾ ਅਸੀਂ ਖਾਮਿਆਜਾ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਵਿਦਿਆਰਥੀ ਜਿਹੜੇ ਹੈਗੇ ਆ
ਉਹ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਨੇ, ਆਰਥਿਕ ਤੌਰ 'ਤੇ ਵੀ ਪਰੇਸ਼ਾਨ ਨੇ। ਅਤੇ ਕਈ ਵਾਰ ਤਾਂ ਜਿੰਨੇ ਸਾਡੇ ਕੋਲ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਕਿ ਹਾਰਟ ਅਟੈਕ ਦੇ ਕੇਸ ਬੜੇ ਵੱਧ ਗਏ, ਉਹਦੇ ਵਿੱਚ ਕਿਤੇ ਨਾ ਕਿਤੇ ਉਹ ਕਹਿੰਦੇ ਆ ਕਿ ਓਵਰਡੋਜ਼ ਨਾਲ ਉੱਥੇ ਵੀ ਇਹ ਕੰਮ ਹੁੰਦਾ। ਤਾਂ ਕਿਸ ਤਰੀਕੇ ਨਾਲ ਬੱਚੇ ਅਤੇ ਮਾਪੇ ਜਿਹੜੇ ਹੈਗੇ ਆ ਉਹ ਅਵੇਅਰ ਹੋ ਸਕਦੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਡਰੱਗਸ ਦੇਖੋ ਜਿਹੜੇ ਹੈਗੇ ਨੇ ਉਹ ਵਰਲਡ ਓਵਰ ਅਵੇਲੇਬਲ ਹੈਗੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਡਰੱਗਸ ਸਿਰਫ ਇੱਕ ਖਾਸ ਮੁਲਕ ਦੇ ਵਿੱਚ ਹੀ ਹੈਗੇ ਨੇ। ਅਤੇ ਡਰੱਗਸ ਜਿਹੜੀਆਂ ਹੈਗੀਆਂ ਨੇ ਉਹ ਰੈਡੀਲੀ ਅਵੇਲੇਬਲ ਇੱਥੇ ਵੀ ਹੈਗੀਆਂ ਨੇ ਅਤੇ ਬਾਹਰਲੇ ਮੁਲਕਾਂ 'ਚ ਵੀ ਹੈਗੀਆਂ ਨੇ ਜੀ। ਜਿਸਨੇ ਡਰੱਗਸ ਦਾ ਸੇਵਨ ਕਰਨਾ ਹੈ ਉਹ ਕਿਤੇ ਵੀ ਰਹਿ ਕੇ ਕਰ ਸਕਦਾ ਹੈਗਾ ਜੀ। ਅਤੇ ਜਿਹੜਾ ਇੱਕ ਟਰੈਂਡ ਹੈਗਾ ਓਵਰਸੀਜ਼ ਜਾਣ ਦਾ ਬੱਚਿਆਂ ਦਾ 12th ਤੋਂ ਬਾਅਦ, ਉਹ ਬਹੁਤ ਹੀ ਡੇਂਜਰਸ ਟਰੈਂਡ ਹੈਗਾ। ਮੈਂ ਮੰਨਦੀ ਹਾਂ ਕਿਉਂਕਿ ਬੱਚਾ ਜਿਹੜਾ ਹੁੰਦਾ 17 ਸਾਲ ਦਾ ਹੁੰਦਾ, ਬੜਾ ਹੀ ਇਮੈਚਿਓਰ ਹੁੰਦਾ ਜੀ, ਅਤੇ ਇਮੋਸ਼ਨਲੀ ਬੜਾ ਲਿਬਾਈਲ ਹੁੰਦਾ, ਅਤੇ ਮੈਂਟਲੀ ਬੜਾ ਸਟੇਬਲ ਨਹੀਂ ਹੁੰਦਾ, ਹਾਲੇ ਮੈਚਿਓਰ ਨਹੀਂ ਹੋਇਆ ਹੁੰਦਾ। ਅਤੇ ਜੇ ਬੱਚਾ 3 ਸਾਲ ਦੀ ਗ੍ਰੈਜੂਏਸ਼ਨ ਕਰਕੇ ਜੇ ਕੋਈ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਬਾਹਰ ਜਾਵੇ ਫॉर ਹਾਇਰ ਸਟੱਡੀਜ਼, ਉਹਦੇ 'ਚ ਖਰਚਾ ਵੀ ਘੱਟ ਹੈ ਜੀ। ਪਲੱਸ ਬਾਏ ਦਾ ਟਾਈਮ ਉਹ ਬੱਚਾ 21 ਈਅਰਸ ਦਾ ਹੋ ਜਾਂਦਾ, ਅਡਲਟ ਹੋ ਜਾਂਦਾ, ਅਤੇ ਉਹਨੂੰ ਬਹੁਤ ਤਰੀਕੇ ਨਾਲ ਜਿਹੜਾ ਹੈਗਾ ਆਪਣੇ ਆਪ ਨੂੰ ਚੰਗੀ ਤਰ੍ਹਾਂ ਹੈਂਡਲ ਕਰਨਾ ਵੀ ਆ ਜਾਂਦਾ ਹੈਗਾ। ਜਿਹੜਾ ਕ੍ਰਿਟੀਕਲ ਪੀਰੀਅਡ ਹੁੰਦਾ ਨਾ ਜਿਹੜਾ ਮਤਲਬ ਗਾਰਜਨਸ਼ਿਪ ਦਾ, ਉਹ ਇੱਥੇ ਰਹਿ ਕੇ ਪੂਰਾ ਹੋ ਸਕਦਾ ਹੈ। ਅਤੇ ਬੱਚਾ ਜਿਹੜਾ ਹੈਗਾ ਉੱਥੇ 12th ਤੋਂ ਬਾਅਦ ਜਾਂਦਾ, ਸਾਨੂੰ ਨਹੀਂ ਪਤਾ, ਮਾਂ ਬਾਪ ਨੂੰ ਨਹੀਂ ਪਤਾ ਕਿ ਬੱਚਾ ਕਿਹਨਾਂ ਹਾਲਾਤਾਂ ਦਾ ਸਾਹਮਣਾ ਕਰਦਾ ਹੈ। ਬਿਲਕੁਲ ਜੀ। ਸ਼ਰਮੋ ਸ਼ਰਮੀ ਦੇ ਵਿੱਚ ਬੱਚਾ ਵੀ ਜਿਹੜਾ ਹੈਗਾ ਆਪਣੀ ਹਾਲਤ ਨਹੀਂ ਦੱਸਦਾ, ਕਿਉਂਕਿ ਫੈਮਿਲੀ ਨੇ ਉਹਦੇ ਉੱਤੇ ਬਹੁਤ ਜ਼ਿਆਦਾ ਪੈਸਾ ਲਾਇਆ ਹੋਇਆ ਜੀ, ਕਰਜ਼ ਚੱਕਿਆ ਹੋਇਆ ਜੀ। ਅਤੇ ਉਹ ਜਿਹੜਾ ਹੈਗਾ ਉਹਦੇ ਕੋਲ ਸਿਰਫ 6 ਮਹੀਨੇ ਦਾ ਹੀ ਜਿਹੜਾ ਹੈਗਾ ਉਹਦੇ ਕੋਲ ਫਾਈਨੈਂਸਿਸ ਹੁੰਦੇ ਨੇ। ਦੈਟ ਮੀਨਸ ਫਸਟ ਸਮੈਸਟਰ ਦੀ ਫੀਸ ਹੁੰਦੀ ਉਹਦੇ ਕੋਲ, ਉਸ ਤੋਂ ਬਾਅਦ ਜਿਹੜਾ ਹੈਗਾ ਹੀ ਹੈਜ਼ ਟੂ ਫੰਡ ਫॉर ਹਿਮਸੈਲਫ, ਕਿਉਂਕਿ ਇਨਫਲੇਸ਼ਨ ਬਹੁਤ ਜ਼ਿਆਦਾ ਆਲ ਟਾਈਮ ਹਾਈ ਹੈ ਪੋਸਟ ਕੋਵਿਡ। ਹਰ ਇੱਕ ਕੰਟਰੀ ਦੀ ਇਕੋਨਮੀ ਜਿਹੜੀ ਹੈਗੀ ਹੈ ਬਹੁਤ ਹੀ ਮਤਲਬ ਸਫਰ ਕਰ ਰਹੀ ਹੈ, ਐਕਸੈਪਟ ਇੰਡੀਆ। ਵੀ ਨੋ ਦੈਟ ਇੰਡੀਆ ਜਿਹੜਾ ਹੈਗਾ ਉਹ ਇਹਨੇ ਕਰੋਨਾ ਨੂੰ ਜਿਹੜਾ ਹੈਗਾ ਆਪਣੇ ਓਪਰਚੁਨਿਟੀ ਵਿੱਚ ਕਨਵਰਟ ਕਰਤਾ ਜੀ। ਅਤੇ ਵਰਲਡ ਓਵਰ ਜਿਹੜਾ ਹੈਗਾ ਉਹਨਾਂ ਨੇ ਕਾਫੀ ਮਤਲਬ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਉਹਨਾਂ ਦੀ ਇਕੋਨਮੀ ਜਿਹੜੀ ਇੰਡੀਆ ਦੀ ਇਕੋਨਮੀ ਉਹ ਪਲੱਸ 'ਚ ਜਾ ਰਹੀ ਹੈ, ਅਤੇ ਬਾਕੀਆਂ ਦੀ ਜਿਹੜੀ ਹੈਗੀ ਇਟਸ ਨਾਟ ਗਰੋਇੰਗ ਦੈਟ ਪ੍ਰੋਪੋਰਸ਼ਨੇਟਲੀ ਜਿਹੜਾ ਹੈਗਾ ਜੀ। ਅਤੇ ਇਨਫਲੇਸ਼ਨ ਬਹੁਤ ਜ਼ਿਆਦਾ ਹੈਗੀ, ਖਰਚੇ ਪੂਰੇ ਨਹੀਂ ਹੁੰਦੇ ਹੈਗੇ, ਅਤੇ ਡਿਪਰੈਸ਼ਨ 'ਚ ਬੱਚਾ ਚਲਾ ਜਾਂਦਾ ਹੈਗਾ। ਬਹੁਤ ਪ੍ਰੈਸ਼ਰ ਹੁੰਦਾ, ਬੱਚੇ ਨੇ ਪੜ੍ਹਨਾ ਵੀ ਹੈ, ਬੱਚੇ ਨੇ ਪੈਸੇ ਵੀ ਜੋੜਨੇ ਨੇ, ਅਤੇ ਜੋਬਸ ਵੀ ਜਿਹੜੀਆਂ ਹੈਗੀਆਂ ਨੇ ਸ਼ਰਿੰਕ ਹੋ ਰਹੀਆਂ ਨੇ ਜੀ। ਰੀਸੈਂਟਲੀ ਹੁਣ ਖਬਰ ਆਈ ਹੈ ਕਿ ਜਿਹੜੇ ਬੱਚੇ ਜਿਹੜੇ ਹੈਗੇ ਨੇ ਉਹ 20 ਆਵਰਸ ਦਾ ਜਿਹੜਾ ਉਹਨਾਂ ਦਾ ਹੈਗਾ ਨਾ ਮੈਂਡੇਟਰੀ ਮਤਲਬ ਵਰਕ ਪਰਮਿਟ, ਉਹ ਵੀ ਜਿਹੜਾ ਹੈਗਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਬੱਚਿਆਂ ਨੂੰ ਜੀ। ਐਂਡ ਇਹੋ ਜਿਹੀ ਖਬਰਾਂ ਆ ਰਹੀਆਂ ਨੇ ਅਖਬਾਰਾਂ ਦੇ ਵਿੱਚ ਕਿ ਜਿਹੜਾ ਹੈਗਾ ਕਿ ਬੱਚੇ ਜਿਹੜੇ ਹੈਗੇ ਨੇ ਦੇ ਆਰ ਲਿਵਿੰਗ ਔਨ ਦੀ ਲੰਗਰ ਆਫ ਗੁਰਦੁਆਰਾ ਸਾਹਿਬ। ਬਿਲਕੁਲ ਜੀ। ਠੀਕ ਹੈ। ਰਹਿਣ ਵਾਸਤੇ ਜਿਹੜਾ ਹੈਗਾ ਇੱਕ ਕਮਰਾ ਹੈਗਾ, ਕਮਰੇ ਦੇ ਵਿੱਚ ਵੀ ਜਿਹੜਾ ਹੈਗਾ ਉਹ ਆਪਣਾ 5-5, 7-7, 8-8 ਜਿਹੜੇ ਬੱਚੇ ਹੈਗੇ ਨੇ ਉਹ ਰਹਿ ਰਹੇ ਹੈਗੇ ਨੇ। ਅੰਡਰ ਵਾਟ ਕੰਡੀਸ਼ਨਸ ਦੇ ਆਰ ਲਿਵਿੰਗ ਗੋਡ ਓਨਲੀ ਨੋਜ਼। ਬਹੁਤ ਸੀ ਖਬਰਾਂ ਵੀ ਆ ਰਹੀਆਂ ਹੈਗੀਆਂ ਕਿ ਬੱਚਿਆਂ ਦੇ ਐਕਸੀਡੈਂਟਸ ਹੋ ਗਏ, ਬੱਚੇ ਕੋਈ ਡੁੱਬ ਕੇ ਮਰ ਗਏ, ਕੁਛ ਹੋ ਗਿਆ ਕੁਛ। ਬਟ ਸਮਟਾਈਮਸ ਕੀ ਹੈਗਾ ਨਾ, ਜਿਹੜੀ ਡੈਥਸ ਹੋ ਰਹੀਆਂ ਬੱਚੇ ਦੀਆਂ ਉਹ ਬੜੀਆਂ ਮਿਸਟੀਰੀਅਸ ਹਾਲਾਤਾਂ ਦੇ ਵਿੱਚ ਡੈਥਸ ਹੋ ਰਹੀਆਂ ਨੇ ਜੀ। ਇਹਨਾਂ ਦੇ ਪਿੱਛੇ ਕੀ ਰੀਅਲ ਸਟੋਰੀ ਹੈ, ਕੀ ਕਾਰਨ ਹੈ, ਉਹ ਅਸੀਂ ਕੁਛ ਨਹੀਂ ਕਹਿ ਸਕਦੇ ਜੀ, ਕਿਉਂਕਿ ਅਸੀਂ ਬੱਚੇ ਤੋਂ ਬਹੁਤ ਦੂਰ ਹਾਂ, ਬਹੁਤ ਹਜ਼ਾਰਾਂ ਕਿਲੋਮੀਟਰ ਅਸੀਂ ਦੂਰ ਬੈਠੇ ਹਾਂ, ਬੱਚੇ ਕੋਲ ਅਸੀਂ ਪਹੁੰਚ ਵੀ ਨਹੀਂ ਸਕਦੇ ਹੈਗੇ। ਅਤੇ ਬੱਚਾ ਇੱਕ ਐਸੇ ਇੱਕ ਟਰੈਪ 'ਚ ਫਸਿਆ ਹੋਇਆ ਹੈ ਕਿ ਉਹਦੇ ਵਿੱਚ ਉਹਦੇ ਸਿਰਫ ਉਹਨੂੰ ਇੱਕ ਰਿਫਿਊਜ ਮਿਲਦਾ, ਅਤੇ ਡਰੱਗਸ ਦੇ ਵਿੱਚ ਰਿਫਿਊਜ ਮਿਲਦਾ ਹੈ ਉਹ ਜਿਹੇ ਬੱਚੇ ਨੂੰ, ਉਹ ਵੀ ਕੁਛ ਟਾਈਮ ਵਾਸਤੇ। ਐਂਡ ਦੈਨ ਆਫਟਰ ਦੈਟ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਤਾਂ DND ਹੈ। ਬਿਲਕੁਲ ਜੀ। ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਤੁਸੀਂ ਜਿਹੜਾ ਹੈਗਾ ਉਹ ਮਾਰਨਿੰਗ ਅਸੈਂਬਲੀ ਤੋਂ ਸ਼ੁਰੂ ਕਰਦੇ ਹੋ, ਤਾਂ ਮਾਪਿਆਂ ਦੀ ਅਸੈਂਬਲੀ ਕਿਸ ਤਰੀਕੇ ਨਾਲ ਲੈਣੀ ਹੋ? ਜੇ ਕੋਈ ਇੱਦਾਂ ਦੀ ਮਤਲਬ ਗੱਲ ਉਹਨਾਂ ਤੋਂ ਸ਼ੁਰੂ ਹੀ ਨਾ ਹੋਵੇ, ਮੁੱਦਾ ਹੀ ਨਾ ਸ਼ੁਰੂ ਹੋਵੇ ਨਸ਼ਿਆਂ ਵਾਲਾ ਜਾਂ ਟਰੈਕ ਤੋਂ ਉਤਰਨ ਵਾਲਾ, ਤਾਂ ਕਾਉਂਸਲਿੰਗ ਜਾਂ ਕਾਉਂਸਲਰ ਦੀ ਕਿੰਨੀ ਕੁ ਜ਼ਰੂਰਤ ਤੁਹਾਨੂੰ ਨਜ਼ਰ ਆਉਂਦੀ ਹੈ? ਨਵੀਂ ਜਿਹੜੀ ਸਿੱਖਿਆ ਨੀਤੀ ਹੈ ਉਹਦੇ ਵਿੱਚ ਹੈ ਕੁਛ ਇੱਦਾਂ ਦਾ? ਦੇਖੋ, ਨਵੀਂ ਸਿੱਖਿਆ ਨੀਤੀ ਤੋਂ ਪਹਿਲਾਂ ਹੀ ਜਿਹੜਾ ਸੀਗਾ CBSE ਨੇ ਇੱਕ ਮੈਂਡੇਟਰੀ ਕੀਤਾ ਹੋਇਆ ਸੀਗਾ ਕਿ ਸਾਰੇ ਜਿਹੜੇ CBSE ਸਕੂਲਸ ਹੈਗੇ ਨੇ ਉਹਨਾਂ ਦੇ ਵਿੱਚ ਕਾਉਂਸਲਰ ਹੋਏਗਾ ਜੀ। ਕਾਉਂਸਲਰ ਦੀ ਇੱਕ ਪੋਸਟ ਹੋਏਗੀ। ਉਹ ਜਿਹੜਾ ਕਾਉਂਸਲਰ ਹੋਏਗਾ ਉਹ ਬੱਚਿਆਂ ਦੀ ਜਿਹੜੀ ਤਰ੍ਹਾਂ ਦੀ ਜਿਹੜੀ ਡਿਵੈਲਪਮੈਂਟਲ ਸਟੇਜਸ ਜਿਹੜੀਆਂ ਬੱਚੇ ਦੀ, ਪ੍ਰਾਇਮਰੀ ਬੱਚਿਆਂ ਦੀ ਆਪਣੀ ਅੱਡ ਪ੍ਰੋਬਲਮਸ ਹੁੰਦੀਆਂ ਨੇ ਜੀ, ਐਡੋਲੈਸੈਂਟ ਬੱਚਿਆਂ ਦੀ ਆਪਣੀ ਪ੍ਰੋਬਲਮਸ ਹੁੰਦੀਆਂ ਨੇ ਜੀ। ਸੋ ਉਹ ਡਿਫਰੈਂਟ ਪ੍ਰੋਬਲਮਸ ਜਿਹੜਾ ਹੈਗਾ ਉਹ ਕਾਉਂਸਲਰ ਜਿਹੜਾ ਹੈਗਾ ਉਹਨੂੰ ਐਡਰੈਸ ਕਰੇਗਾ। ਅਤੇ ਇਨ ਕੇਸ ਜੇ ਇਹੋ ਜਿਹਾ ਬੱਚਾ ਕੋਈ ਆਉਂਦਾ ਹੈ ਨਜ਼ਰ ਦੇ ਵਿੱਚ, ਅਤੇ ਪੇਰੈਂਟਸ ਨੂੰ ਬੁਲਾਇਆ ਜਾਂਦਾ ਹੈ, ਅਤੇ ਪੇਰੈਂਟਸ ਨੂੰ ਬੁਲਾ ਕੇ ਜਿਹੜਾ ਹੈਗਾ ਸਾਰੀ ਗੱਲ ਦੱਸੀ ਜਾਂਦੀ ਹੈ, ਇਨਫੋਰਮ ਕੀਤੀ ਜਾਂਦੀ ਹੈ, ਅਤੇ ਸਹੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹੈਗੇ ਨੇ। ਕਿਉਂਕਿ ਬਹੁਤਾ ਟਾਈਮ ਜਿਹੜਾ ਬੱਚਾ ਹੈਗਾ, ਸਮਾਂ ਜਿਹੜਾ ਹੈਗਾ ਬੱਚਾ ਮਾਂ ਬਾਪ ਦੇ ਨਾਲ ਬਿਤਾਉਂਦਾ ਹੈਗਾ, ਬਾਹਰਲੀ ਦੁਨੀਆ ਦੇ ਵਿੱਚ ਬਿਤਾਉਂਦਾ ਹੈ। ਬਟ ਆਫਕੋਰਸ
ਬਹੁਤ ਸਾਰੀ ਐਸੀ ਚੀਜ਼ਾਂ ਹੁੰਦੀਆਂ ਨੇ ਸਕੂਲ ਦੇ ਵਿੱਚ, ਉਹਨਾਂ ਦੇ ਦੋਸਤ ਹੁੰਦੇ ਨੇ, ਫਰੈਂਡਸ ਹੁੰਦੇ ਨੇ, ਅਤੇ ਪੀਅਰ ਪ੍ਰੈਸ਼ਰ ਜਿਹੜਾ ਹੁੰਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਹੁੰਦਾ ਹੈ। ਸਭ ਤੋਂ ਵੱਡਾ ਇਨਫਲੂਐਂਸ ਜਿਹੜਾ ਬੱਚੇ 'ਤੇ ਹੁੰਦਾ ਉਹ ਪੀਅਰ ਪ੍ਰੈਸ਼ਰ ਦਾ ਹੀ ਹੁੰਦਾ। ਪੀਅਰ ਮੀਨਸ ਕਿ ਇੱਕ ਗਰੁੱਪ ਹੈ ਬੱਚਿਆਂ ਦਾ, ਫਰੈਂਡ ਸਰਕਲ ਹੈਗਾ, ਉਹਦੀ ਇੱਕ ਪਹਿਚਾਣ ਬਣ ਜਾਂਦੀ ਹੈ ਕਿ ਨਹੀਂ ਜਿਹੜੇ ਸਾਡੇ ਹੈਗੇ ਨੇ, ਜਿਵੇਂ ਇੱਕ ਇੰਗਲਿਸ਼ 'ਚ ਕਹਾਵਤ ਹੈਗੀ ਹੈ ਕਿ ਬਰਡਸ ਆਫ ਸੇਮ ਫੈਦਰ ਫਲੌਕ ਟੂਗੈਦਰ, ਅਤੇ ਉਹਨਾਂ ਦਾ ਇੱਕ ਤਰੀਕਾ ਹੁੰਦਾ ਡਰੈਸਅਪ ਹੋਣ ਦਾ, ਇੱਕ ਤਰੀਕਾ ਹੁੰਦਾ ਮੂਵ ਕਰਨ ਦਾ, ਕਿ ਸਾਡੀ ਦੂਰੋਂ ਹੀ ਇੱਕ ਵਿਲੱਖਣ ਪਹਿਚਾਣ ਹੋਵੇ ਕਿ ਇਹ ਸਾਡਾ ਗਰੁੱਪ ਹੈਗਾ ਜੀ। ਸੋ ਉਹਨਾਂ ਦੀ ਚੋਇਸਿਸ ਵੀ ਸੇਮ ਹੁੰਦੀਆਂ ਨੇ, ਵੀ ਕੁਛ ਵੀ ਚੀਜ਼ ਲੈਣੀ ਹੈ ਤਾਂ ਉਹਨਾਂ ਨੇ ਸੇਮ ਹੀ ਲੈਣੀ ਹੈਗੀ ਹੈ। ਬਿਲਕੁਲ ਜੀ। ਸੋ ਉਹ ਜਿਹੜਾ ਬੱਚੇ ਹੈਗੇ ਨੇ ਉਹਨਾਂ 'ਚ ਆਪਾਂ ਇੱਕ ਅਜਿਹੀ ਸੋਚ ਜਿਹੜੀ ਹੈਗੀ ਆ ਪਨਪਨ ਤੋਂ ਅਸੀਂ ਗੁਰੇਜ਼ ਕਰੀਏ ਕਿ ਬੱਚਾ ਜਿਹੜਾ ਹੈਗਾ ਉਹ ਗਲਤ ਨਜ਼ਰ 'ਤੇ ਗਲਤ ਟਰੈਕ 'ਤੇ ਬੱਚਾ ਬਿਲਕੁਲ ਨਾ ਜਾਵੇ। ਅਤੇ ਇਹ ਇੱਕ ਪਹਿਲਾਂ ਸ਼ੁਰੂ ਤੋਂ ਹੀ ਜਿਹੜਾ ਹੈਗਾ ਉਪਰਾਲਾ ਕੀਤਾ ਹੋਇਆ CBSE ਨੇ ਕਾਉਂਸਲਰਸ ਦਾ, ਕਿ ਜਿਹੜਾ ਕਾਉਂਸਲਰ ਹੁੰਦਾ ਉਹ ਇੱਕ ਵੈਲਨੈਸ ਐਜੂਕੇਟਰ ਵੀ ਹੁੰਦਾ ਜੀ, ਕਿ ਬੱਚੇ ਦੀ ਇੱਕ ਹੋਲਿਸਟਿਕ ਗਰੋਥ ਵਾਸਤੇ, ਪੋਜ਼ੀਟਿਵ ਗਰੋਥ ਵਾਸਤੇ ਜਿਹੜਾ ਹੈਗਾ ਉਹ ਰਿਸਪੋਂਸੀਬਲ ਹੁੰਦਾ, ਅਤੇ ਉਹ ਦਿਸ਼ਾ ਨਿਰਦੇਸ਼ ਦਿੰਦਾ ਹੈਗਾ ਬੱਚਿਆਂ ਨੂੰ ਐਂਡ ਬੱਚਿਆਂ ਦੇ ਮਾਂ ਬਾਪ ਨੂੰ ਜੀ। ਮੈਮ ਇੱਕ ਹੋਰ ਸਵਾਲ ਤੁਹਾਡੇ ਸੁਨੇਹੇ ਤੋਂ ਪਹਿਲਾਂ ਜਿਹੜਾ ਮਾਈਂਡ ਦੇ ਵਿੱਚ ਆ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਕਿੰਨੀਆਂ ਕੁ ਵੱਧ ਗਈਆਂ ਨੇ ਅਧਿਆਪਕਾਂ ਦੀਆਂ, ਕਿਉਂਕਿ ਬੱਚਿਆਂ ਕੋਲ ਸਮਾਂ ਬੜਾ, ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਅਵੇਅਰ ਕਰਨ ਲਈ ਮਾਪਿਆਂ ਦਾ ਅਤੇ ਅਧਿਆਪਕਾਂ ਦਾ ਕਿਹੋ ਜਿਹਾ ਰੋਲ ਆ ਕਿ ਉਹਦੀ ਪੋਜ਼ੀਟਿਵ ਅਪਰੋਚ ਜਿਹੜੀ ਹੈਗੀ ਅਪਣਾਈ ਜਾਵੇ? ਦੇਖੋ, ਸੋਸ਼ਲ ਮੀਡੀਆ ਇੱਕ ਬਹੁਤ ਵਾਸਟ ਮੀਡੀਆ ਹੈਗਾ, ਅਤੇ ਕੁਛ ਐਸੇ ਜਿਹੜੇ ਪਲੈਟਫਾਰਮਸ ਹੈਗੇ ਨੇ ਬੜੇ ਅਨਰੈਗੂਲੇਟਡ ਹੈਗੇ ਨੇ, ਅਨਸੈਂਸਰਡ ਹੈਗੇ ਨੇ, ਉਹਨਾਂ ਦੇ ਉੱਤੇ ਸੈਂਸਰ ਦੀ ਜਿਹੜੀ ਹੈਗੀਆਂ ਨੇ ਗਾਈਡਲਾਈਨਸ ਨਹੀਂ ਮਤਲਬ ਹੈਗੀਆਂ ਚੱਲਦੀਆਂ ਹੈਗੀਆਂ ਨੇ, ਅਤੇ ਉਹ ਬਹੁਤ ਚੀਜ਼ਾਂ ਇਹੋ ਜਿਹੀਆਂ ਦਿਖਾ ਦਿੰਦੇ ਨੇ ਵਿਚ ਇਜ਼ ਇਨਐਪਰੋਪ੍ਰੀਏਟ। ਐਂਡ ਬੱਚਿਆਂ ਦੀ ਜਿਹੜੀ ਏਜ ਹੈਗੀ ਹੈ ਉਹ ਹਾਲੇ ਇੰਨੀ ਕੀ ਨਹੀਂ ਹੋਈ ਕਿ ਉਹ ਉਸ ਅਸੀਮਿਤ ਜਾਣਕਾਰੀ ਨੂੰ ਐਬਜ਼ੋਰਬ ਕਰ ਸਕਣ ਜੀ। ਕਿਤੇ ਨਾ ਕਿਤੇ ਜਿਹੜੀ ਇਹੋ ਜਿਹੀ ਅਸੀਮਿਤ ਜਿਹੜੀ ਜਾਣਕਾਰੀ ਹੈਗੀ ਹੈ ਉਹ ਬੱਚੇ ਦੇ ਮਾਈਂਡ ਸੈੱਟ ਦੇ ਉੱਤੇ ਬਹੁਤ ਗਹਿਰੀ ਸੱਟ ਕਰਦੀ ਹੈ ਜੀ। ਅਤੇ ਦੈਟ ਇਜ਼ ਆਫ ਕੋਰਸ ਫॉर द बैड, फॉर द वर्स, नॉट फॉर द गुड, नॉट फॉर द बेटर, ਠੀਕ ਹੈ। ਅਤੇ ਜਿਹੜਾ ਇੱਕ ਮੀਡੀਆ ਹੈਗਾ ਉਹਨੂੰ ਇੱਕ ਬਹੁਤ ਹੀ ਰਿਸਪੋਂਸੀਬਲ ਜਿਹੜੀ ਹੈਗੀ ਹੈ ਆਪਣੀ ਰੋਲ ਅਦਾ ਕਰਨਾ ਚਾਹੀਦਾ ਹੈਗਾ ਕਿ ਸਪੈਸ਼ਲੀ ਕਿ ਇਹੋ ਜਿਹਾ ਕੰਟੈਂਟ ਨਾ ਬ੍ਰੌਡਕਾਸਟ ਕੀਤਾ ਜਾਵੇ, ਨਾ ਦਿਖਾਇਆ ਜਾਵੇ ਜਿਹੜਾ ਕਿ ਵਿਚਲਿਤ ਕਰਨ ਵਾਲਾ ਹੋਵੇ ਜੀ। ਜੇ ਕੋਈ ਇਹੋ ਜਿਹਾ ਨਸ਼ੇੜੀ ਹੈ ਇਸ ਹਾਲਤ 'ਚ ਪਾਇਆ ਗਿਆ ਹੈਗਾ, ਉਹਨੂੰ ਐਗਜ਼ੈਕਟਲੀ ਨਾ ਦਿਖਾਇਆ ਜਾਵੇ, ਉਹਨੂੰ ਕਵਰ ਕਰ ਦਿੱਤਾ ਜਾਵੇ। ਫੇਸਿਸ ਸ਼ੁੱਡ ਬੀ ਕਵਰਡ, ਜਾਂ ਸਿਰਿੰਜ ਵਗੈਰਾ ਕੁਛ ਵੀ ਜਿਹੜੀ ਲੱਗੀ ਹੋਈ ਹੈ ਬੋਡੀ ਨਾਲ, ਕੁਛ ਵੀ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਉਹ ਇਟ ਸ਼ੁੱਡ ਬੀ ਕਵਰਡ। ਦ ਆਈਡੀਆ ਇਜ਼ ਟੂ ਗਿਵ ਦ ਮੈਸੇਜ। ਇਹਨੂੰ ਆਪਾਂ ਇੱਕ ਤੰਬਾਕੂ ਪਦਾਰਥ ਵਾਲੀ ਸ਼੍ਰੇਣੀ 'ਚ ਨਹੀਂ ਰੱਖ ਸਕਦੇ ਕਿ ਹਾਂ ਵੀ ਜਿਹਦੇ 'ਚ ਗਵਰਨਮੈਂਟ ਨੇ ਸਟੈਚੂਟਰੀ ਵਾਰਨਿੰਗਸ ਇਸ਼ੂ ਕੀਤੀਆਂ ਹੋਈਆਂ ਨੇ ਅਤੇ ਉਹਨਾਂ ਪੈਕਟਸ ਦੇ ਉੱਤੇ ਵੱਡੀਆਂ ਵੱਡੀਆਂ ਭਿਆਨਕ ਤਸਵੀਰਾਂ ਲਗਾਈਆਂ ਹੋਈਆਂ ਨੇ ਸਿੰਪਲੀ ਟੂ ਡੈਟਰ, ਸਿੰਪਲੀ ਟੂ ਡਿਸਕਰੇਜ ਦੀ ਟੋਬੈਕੋ ਯੂਜ਼ਰਸ, ਕਿ ਉਹ ਕਰਕੇ ਕਿੰਨਾ ਕੁ ਸਕਸੈਸ ਮਿਲਿਆ ਜੀ। ਬਿਕੋਜ਼ ਦੇ ਡੋਂਟ ਲੁੱਕ ਐਟ ਦੋਜ਼ ਪਿਕਚਰਸ। ਜਿਨ੍ਹਾਂ ਨੇ ਕਰਨਾ ਉਹ ਕਰਨਾ ਹੀ ਹੈ। ਬਿਲਕੁਲ ਜੀ। ਬੇਸਿਕਲੀ ਆਪਣਾ ਜਿਹੜਾ ਮਨ ਹੈ ਅਸੀਂ ਉਹਨੂੰ ਕਰੜਾ ਕਰਨਾ ਹੈ, ਮਨ ਨੂੰ ਅਸੀਂ ਆਪਣਾ ਕੰਟਰੋਲ 'ਚ, ਕਾਬੂ 'ਚ ਕਰਨਾ ਹੈ। ਐਂਡ ਜਿਹੜੇ ਰੀਹੈਬਸ ਖੁੱਲ੍ਹੇ ਹੋਏ ਨੇ, ਮੇਰਾ ਇਹ ਦੇਖਣਾ ਹੈਗਾ ਕਿ ਕਈ ਰੀਹੈਬਸ ਵੀ ਜਿਹੜੇ ਹੈਗੇ ਨੇ ਦੇ ਆਰ ਵਰਸ ਦੈਨ ਪ੍ਰਿਜ਼ਨ ਹਾਊਸਿਸ ਜੀ, ਕਿਉਂਕਿ ਉਹਦੇ 'ਚ ਬੜਾ ਹੀ ਇਨ ਦ ਨੇਮ ਆਫ ਟਰੀਟਮੈਂਟ ਬੜਾ ਹੀ ਅਮਾਨਵੀय ਵਿਵਹਾਰ ਕੀਤਾ ਜਾਂਦਾ, ਉਹਨਾਂ ਨੂੰ ਚੇਨਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ, ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈਗਾ। ਉਹ ਸੋਚਦੇ ਕਿ ਨਹੀਂ ਦਿਸ ਇਜ਼ ਪਾਰਟ ਆਫ ਟਰੀਟਮੈਂਟ। ਜਿਹੜੇ ਉਹਦੇ ਜਿਹੜੇ ਐਡਿਕਟ ਦੇ ਜਿਹੜੇ ਪੇਰੈਂਟਸ ਹੈਗੇ ਨੇ ਉਹ ਵੀ ਇਸ ਚੀਜ਼ ਨੂੰ ਇੱਕ ਐਕਸੈਪਟੇਬਲ ਟਰੀਟਮੈਂਟ ਮੰਨਦੇ ਨੇ ਕਿ ਇਹ ਜਿਹੜਾ ਹੈਗਾ ਇਟ ਇਜ਼ ਅ ਕਾਈਂਡ ਆਫ ਟਰੀਟਮੈਂਟ। ਬਟ ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਵੀ ਹੈਵ ਟੂ ਬੀ ਵੈਰੀ 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 ਪੇਸ਼ੈਂਟ। ਵੀ ਹੈਵ ਟੂ ਬੀ ਪੇਸ਼ੈਂਟ ਵਿਦ ਦ ਪੇਸ਼ੈਂਟ, ਠੀਕ ਹੈ। ਅਸੀਂ ਬਿਮਾਰੀ ਨੂੰ, ਅਸੀਂ ਰੋਗ ਨੂੰ ਖਤਮ ਕਰਨਾ ਨਾ, ਅਸੀਂ ਰੋਗੀ ਨੂੰ ਖਤਮ ਨਹੀਂ ਕਰਨਾ। ਅਸੀਂ ਇਹੋ ਜਿਹੇ ਵੀ ਦੇਖਦੇ ਹਾਂ ਕਿ ਰੀਹੈਬਸ ਤੋਂ ਭੱਜ ਜਾਂਦੇ ਨੇ, ਡਰਦੇ ਮਾਰੇ ਭੱਜ ਜਾਂਦੇ ਨੇ। ਉਹ ਕਿਉਂ ਭੱਜਦੇ ਨੇ? ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਅਮਾਨਵੀय ਵਿਵਹਾਰ ਤੋਂ ਗੁਜ਼ਰਨਾ ਪਏਗਾ, ਯਾਤਨਾਵਾਂ ਤੋਂ ਗੁਜ਼ਰਨਾ ਪਏਗਾ। ਦੈਟ ਇਜ਼ ਨਾਟ ਦੀ ਵੇ ਟੂ ਟਰੀਟ ਸੱਚ ਕਾਈਂਡ ਆਫ ਪੀਪਲ। ਅਸੀਂ ਉਹਨਾਂ ਨੂੰ ਇੱਕ ਸੁਖਾਵਾਂ ਇੱਕ ਮਾਹੌਲ ਦੇਈਏ, ਬੜਾ ਇੱਕ ਪੋਜ਼ੀਟਿਵ ਇਨਵਾਇਰਨਮੈਂਟ ਦੇਈਏ। ਵੀ ਸ਼ੁੱਡ bring them back to connect them with their roots, connect them with their religion, meditation, prayer, yoga and ਜਿਹੜਾ ਤੁਸੀਂ ਕਹਿੰਦੇ ਹੋ ਨਾ, ਤੁਸੀਂ ਅੱਜ ਦਾ ਪ੍ਰੋਗਰਾਮ ਹੈ ਸ਼ਮਾਦਾਨ, ਸ਼ਰਮਦਾਨ ਜੀ, ਸ਼ਰਮਦਾਨ ਨਾਲ ਜੋੜੀਏ ਜੀ। ਕੋਈ ਕੰਮ ਕਰਵਾਈਏ ਉਹਨਾਂ ਕੋਲੋਂ, ਹੱਥੀਂ ਕੰਮ ਕਰਵਾਈਏ, ਜਿਹਦੇ ਨਾਲ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸੈਟਿਸਫੈਕਸ਼ਨ ਮਹਿਸੂਸ ਹੋਵੇ, ਠੀਕ ਹੈ। ਉਹਨਾਂ 'ਚ ਇੱਕ ਨਵੀਂ ਊਰਜਾ ਦਾ ਅਸੀਂ ਭਰੀਏ ਉਹਨਾਂ ਨੂੰ ਵੀ ਨਹੀਂ, ਲਾਈਫ ਖਤਮ ਨਹੀਂ ਹੋ ਗਈ, ਨਥਿੰਗ ਇਜ਼ ਗੋਨ, ਨਥਿੰਗ ਇਜ਼ ਫਿਨਿਸ਼ਡ। ਤੁਹਾਡੇ ਹੱਥ 'ਚ ਹੈਗਾ ਕਿ ਤੁਸੀਂ ਇੱਕ ਨਵੀਂ ਸ਼ੁਰੂਆਤ ਫਿਰ ਤੋਂ ਕਰ ਸਕਦੇ ਹੋ, ਫਿਰ ਸੁਬਾਹ ਹੋਗੀ। ਬਿਲਕੁਲ ਜੀ, ਬਿਲਕੁਲ ਫਿਰ ਸੁਬਾਹ ਹੋਗੀ। ਪਰ ਇੱਕ ਜਾਂਦੇ ਜਾਂਦੇ ਇਹ ਸਵਾਲ ਦਾ ਜਵਾਬ ਜ਼ਰੂਰ ਮੰਗਦੇ ਹਾਂ ਤੁਹਾਡੇ ਤੋਂ ਕਿ ਬੇਰੁਜ਼ਗਾਰੀ ਕਰਕੇ ਤਾਂ ਨਹੀਂ ਜਿਹੜੇ
ਵਿਦਿਆਰਥੀ ਪੜ੍ਹ ਜਾਂਦੇ ਆ, ਪੜ੍ਹਨ ਤੋਂ ਬਾਅਦ ਜੌਬਸ ਨਹੀਂ ਮਿਲਦੀ, ਜਾਂ ਉਹ ਨਾ ਪੜ੍ਹਾਈ ਜੋਗੇ ਰਹਿੰਦੇ ਆ, ਨਾ ਹੀ ਉਹ ਜਿਹੜੀ ਮਾਪਿਆਂ ਵੱਲੋਂ ਕਿਹਾ ਜਾਂਦਾ 85% 95% ਤੱਕ ਜਿਹੜੀ ਹੈਗੀ ਆ ਤੁਹਾਡੀ ਮੈਰਿਟ ਜਾਣੀ ਚਾਹੀਦੀ ਹੈਗੀ ਹੈ। ਤਾਂ ਕਿਤੇ ਨਾ ਕਿਤੇ ਜਦੋਂ ਮਾਂ-ਬਾਪ ਇੱਦਾਂ ਦਾ ਜਿਹੜਾ ਹੈਗਾ ਪੱਕਾ ਹੀ 95% 98% 99% ਵਾਲਾ ਥੋਪ ਦਿੰਦੇ ਆ ਆਰਡਰ, ਤਾਂ ਤੁਹਾਨੂੰ ਲੱਗਦਾ ਕਿ ਬੱਚਾ ਜਦੋਂ ਉਸ ਤੋਂ, ਕਿਉਂਕਿ ਬਠਿੰਡਾ ਦੇ ਵਿੱਚ ਵੀ ਅਤੇ ਆਲੇ ਦੁਆਲੇ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਕਿ ਬੱਚੇ ਜਿਹੜੇ ਕੋਟਾ ਪੜ੍ਹਨ ਜਾਂਦੇ ਆ ਬਠਿੰਡੇ ਦੇ ਵਿੱਚ। ਐਗਜ਼ੈਕਟਲੀ ਮੈਂ ਇਹੀ ਤੁਹਾਨੂੰ ਕਹਿਣ ਲੱਗੀ ਸੀ, ਮੈਂ ਤੁਹਾਨੂੰ ਇਹੀ ਚੀਜ਼ ਮੈਂ ਕਹਿਣ ਲੱਗੀ ਸੀ ਕਿ ਜਿਹੜੇ ਬੱਚੇ ਉਸ ਕੈਟੇਗਰੀ ਦੇ ਵੀ ਹੈਗੇ ਨੇ, ਜਿਹੜੇ 98-95% ਵਾਲੇ, ਉਹ ਵੀ ਉਸ ਪ੍ਰੈਸ਼ਰ ਨੂੰ ਸਕੰਬ ਕਰ ਜਾਂਦੇ ਨੇ ਅਤੇ ਉਹ ਐਕਸਟ੍ਰੀਮ ਸਟੈਪ ਲੈ ਲੈਂਦੇ ਨੇ। ਫੋਰ ਐਗਜ਼ਾਮਪਲ ਤੁਹਾਨੂੰ ਪਤਾ ਹੀ ਹੈ ਕੋਟਾ ਦੇ ਵਿੱਚ ਕਿੰਨੀਆਂ ਡੈਥਸ ਦਾ ਆ ਰਿਹਾ ਹੈਗਾ। ਈਵਨ IIT ਕਰਕੇ ਵੀ, ਮਤਲਬ ਬੱਚਾ IIT ਸਟੂਡੈਂਟ ਹੈਗਾ, ਉਹ ਇੰਨਾ ਕੁ ਪ੍ਰੈਸ਼ਰ ਹੈਗਾ ਇਨਵਾਇਰਨਮੈਂਟ ਦਾ, ਕੈਂਪਸ ਦਾ, ਕਿ ਉਸ ਚੀਜ਼ ਨੂੰ ਸਸਟੇਨ ਨਹੀਂ ਕਰ ਪਾ ਰਿਹਾ, ਐਂਡ ਉਹ ਬੱਚਾ ਜਿਹੜਾ ਹੈਗਾ ਐਕਸਟ੍ਰੀਮ ਸਟੈਪ ਲੈ ਲੈਂਦਾ ਹੈਗਾ। ਹਾਂ, ਤੁਸੀਂ ਪਲੀਜ਼ ਆਪਣਾ ਸਵਾਲ ਪੂਰਾ ਕਰੋ। ਇੱਦਾਂ ਦੇ ਮਾਪੇ ਜਿਹੜੇ ਹੈਗੇ ਆ, ਜਿਵੇਂ ਮਤਲਬ ਸੁਸਾਈਡ ਬੱਚਾ ਕਰਦਾ ਹੈ, ਇਹਦਾ ਮਤਲਬ ਇਹ ਹੈਗਾ ਕੀ, ਮਤਲਬ ਕਿਉਂ ਤੁਹਾਨੂੰ ਲੱਗਦਾ ਕਿ ਕੀ ਉਹਨੂੰ ਮਤਲਬ ਰੋਕ ਸਕਦੇ ਹਾਂ ਅਸੀਂ? ਦੇਖੋ, ਸੁਸਾਈਡ ਤਾਂ ਇੱਕ ਆਮ ਆਦਮੀ ਵੀ ਕਰ ਰਿਹਾ ਜੀ, ਆਪਣੇ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਜੀ। ਜਿਹੜਾ ਸੁਸਾਈਡ ਕਰਨਾ ਜਿਹੜਾ ਹੈਗਾ, ਪਹਿਲੇ ਤਾਂ ਆਪਣੀ ਜਾਨ ਆਪਣੇ ਹੱਥ ਲੈਣਾ ਕਿਸੇ ਨੂੰ ਕੋਈ ਹੱਕ ਨਹੀਂ ਮਿਲਿਆ ਜੀ। ਇਹ ਜਿਹੜੀ ਸਾਨੂੰ ਹਿਊਮਨ ਲਾਈਫ ਮਿਲੀ ਹੈਗੀ ਹੈ, ਅਸੀਂ ਹਿਊਮਨ ਦੀ ਜ਼ੋਨ ਦੇ ਵਿੱਚ ਆਏ ਹੈਗੇ ਹਾਂ, ਅਤੇ ਅਸੀਂ ਆਪਣਾ ਕਿਹਾ ਵੀ ਗਿਆ ਹੈ ਕਿ ਗ੍ਰੰਥਾਂ ਦੇ ਵਿੱਚ ਕਿ 84 ਲੱਖ ਯੋਨੀਆਂ ਹੈਗੀਆਂ, ਅਤੇ ਉਹਦੇ ਬਾਅਦ ਜਿਹੜੀ ਹੈਗੀ ਹੈ ਹਿਊਮਨ ਬੀਇੰਗ ਜਿਹੜੀ ਹੈਗੀ ਹੈ, ਅਸੀਂ ਹਿਊਮਨ ਫਾਰਮ 'ਚ ਆਉਂਦੇ ਹਾਂ। ਅਤੇ ਇਹ ਜਿਹੜੀ ਹੈਗੀ ਹੈ ਦੇਹ, ਸਾਡੀ ਪਵਿੱਤਰ ਦੇਹ ਹੈਗੀ ਹੈ, ਸਾਨੂੰ ਰੱਬ ਨੇ ਦਿੱਤੀ ਹੈਗੀ ਹੈ, ਅਤੇ ਸਾਨੂੰ ਆਪਣੇ ਹੱਥੀਂ ਜਿਹੜਾ ਹੈਗਾ ਇਹਨੂੰ ਲੈਣ ਦਾ ਕੋਈ ਹੱਕ ਨਹੀਂ ਹੈਗਾ। ਜਿਹੜਾ ਸੁਸਾਈਡ ਹੈਗਾ, ਇਟ ਇਜ਼ ਐਨ ਐਸਕੇਪਿਸਟ ਮਾਈਂਡਸੈਟ, ਕਿ ਅਸੀਂ ਚੈਲੰਜਸ ਤੋਂ ਜਿਹੜਾ ਹੈਗਾ ਅਸੀਂ ਦੂਰ ਭੱਜ ਰਹੇ ਹਾਂ। ਬਹੁਤ ਸਾਰੇ ਲੋਕ ਜਿਵੇਂ ਫਾਰਮਰਸ ਵੀ ਹੈਗੇ ਨੇ, ਉਹ ਡੈਡ ਟਰੈਪ ਦੇ ਅੰਡਰ ਆ ਕੇ ਜਿਹੜਾ ਹੈਗਾ ਐਕਸਟ੍ਰੀਮ ਸਟੈਪ ਲੈ ਲੈਂਦੇ ਨੇ। ਹੁਣ ਵੀ ਜਿਹੜਾ ਹੈਗਾ ਹੜ੍ਹਾਂ ਦੀ ਮਾਰ ਦੇ ਵਿੱਚ ਜਿਹੜੇ ਹੈਗੇ ਨੇ ਬਹੁਤ ਸਾਰੇ ਫਾਰਮਰਸ ਨੇ ਆਪਣਾ ਇਹ ਸਟੈਪ ਲਿੱਤਾ ਹੈਗਾ, ਬਿਕੋਜ਼ ਉਹਨਾਂ ਨੂੰ ਬਹੁਤ। ਤੇ ਸੁਸਾਈਡ ਇਜ਼ ਅ ਜਨਰਲ ਟੈਂਡੈਂਸੀ, ਕਿਸੇ ਵੀ ਇੰਡੀਵਿਜੂਅਲ ਦੀ ਇੱਕ ਜਨਰਲ ਟੈਂਡੈਂਸੀ ਹੁੰਦੀ ਹੈ ਸੁਸਾਈਡ ਕਰਨਾ। ਕਮਿੰਗ ਬੈਕ ਟੂ ਸਟੂਡੈਂਟਸ ਰਿਜ਼ੋਰਟਿੰਗ ਟੂ ਸੁਸਾਈਡਸ, ਬਿਕੋਜ਼ ਉਹ ਆਪਣੇ ਆਪ ਨੂੰ ਟਰੈਪਡ ਮਹਿਸੂਸ ਕਰਦੇ ਨੇ ਜੀ, ਇਹਦੇ ਕੌਨਸੀਕੁਐਂਸਿਸ ਨੂੰ ਫੇਸ ਨਹੀਂ ਕਰ ਪਾਉਂਦੇ। ਜਦੋਂ ਉਹ ਆਪਣੇ ਮਾਪਿਆਂ ਦੇ ਸਾਹਮਣੇ ਐਕਸਪੋਜ਼ ਹੋ ਜਾਂਦੇ ਨੇ, ਉਸ ਸ਼ਰਮਿੰਦਗੀ ਨੂੰ ਜਿਹੜਾ ਹੈਗਾ ਉਹ ਨਹੀਂ ਝੇਲਣਾ ਚਾਹੁੰਦੇ ਹੈਗੇ। ਦੇ ਡੋਂਟ ਵਾਂਟ ਟੂ ਫੇਸ ਦੇਅਰ ਪੇਰੈਂਟਸ, ਕਿ ਵੀ ਫਿਰ ਉਹ ਸੋਚਦੇ ਨੇ ਕਿ ਸਾਰੇ ਦਰਵਾਜ਼ੇ ਸਾਡੇ ਵਾਸਤੇ ਬੰਦ ਹੋ ਚੁੱਕੇ ਨੇ, ਸੋ ਦਾ ਓਨਲੀ ਆਪਸ਼ਨ ਲੈਫਟ ਇਜ਼ ਟੂ ਕਿਲ ਯੋਰਸੈਲਫ। ਅਤੇ ਇਹ ਜਿਹੜਾ ਸੋਚ ਹੈਗੀ ਹੈ, ਇਹ ਸਾਨੂੰ ਬਦਲਣੀ ਪਏਗੀ। ਐਂਡ ਇਹਦੇ ਵਿੱਚ ਜਿਹੜਾ ਹੈਗਾ ਬੱਚਿਆਂ ਤੋਂ ਅਨਐਕਸਪੈਕਟਿਡ ਜਿਹੜੀਆਂ ਹੈਗੀਆਂ ਨੇ, ਮਤਲਬ ਅਨਐਕਸਪੈਕਟਿਡ ਤਾਂ ਨਹੀਂ ਮੈਂ ਕਹਿਣਾ ਚਾਹੂੰਗੀ, ਕਿ ਅਨਡਿਊ ਜਿਹੜੇ ਪ੍ਰੈਸ਼ਰਸ ਹੈਗੇ ਨੇ, ਜਾਂ ਅਨਡਿਊ ਜਿਹੜੇ ਹੈਗੇ ਨੇ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਰੱਖਣੀਆਂ ਚਾਹੀਦੀਆਂ। ਕਿਉਂਕਿ ਕਈ ਵਾਰੀ ਕੀ ਹੁੰਦੇ ਆ, ਮਾਂ ਬਾਪ ਆਪਣੀ ਪਰਸਨਲ ਐਕਸਪੈਕਟੇਸ਼ਨ ਜਦੋਂ ਉਹ ਉਸ ਸਟੇਜ ਦੇ ਸੀਗੇ, ਜੇ ਉਹ ਨਹੀਂ ਕਰ ਪਾਏ, ਉਹ ਕਹਿੰਦੇ ਕਿ ਨਹੀਂ, ਮੇਰਾ ਬੱਚਾ ਹੈ, ਕਿ ਆਈ ਵਾਂਟ ਟੂ ਗਿਵ ਦ ਬੈਸਟ ਟੂ ਮਾਈ ਚਾਈਲਡ ਇਰਰਿਸਪੈਕਟਿਵ ਆਫ ਹਿਜ਼ ਔਰ ਹਰ ਲਾਈਕਿੰਗ ਔਰ ਡਿਜ਼ਾਇਰ। ਮੰਨ ਲਓ ਫॉर एग्जांपल ਇੱਕ ਬੱਚੀ ਫੈਸ਼ਨ ਡਿਜ਼ਾਈਨਿੰਗ ਕਰਨਾ ਚਾਹੁੰਦੀ ਹੈ, ਬਟ ਉਹਦੇ ਘਰ ਦੇ ਕਹਿੰਦੇ ਨਹੀਂ, ਤੂੰ ਡਾਕਟਰ ਹੀ ਬਣਨਾ ਹੈ, ਤੂੰ ਇੰਜੀਨੀਅਰ ਹੀ ਬਣਨਾ ਹੈ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਲਤਾ ਮੰਗੇਸ਼ਕਰ ਸੀ, ਲਤਾ ਮੰਗੇਸ਼ਕਰ ਜੇ ਕ੍ਰਿਕਟਰ ਹੁੰਦੀ ਕਿਹੋ ਜਿਹੀ ਬਣਦੀ? ਬਿਲਕੁਲ, ਲਤਾ ਮੰਗੇਸ਼ਕਰ, ਉਹਨੂੰ ਉਹਦਾ ਇੱਕ ਸਿੰਗਿੰਗ ਪੈਸ਼ਨ ਸੀਗਾ। ਬਿਲਕੁਲ ਜੀ। ਸੋ ਵੀ ਕੈਨ ਓਨਲੀ ਇਮੈਜਿਨ ਲਤਾ ਮੰਗੇਸ਼ਕਰ ਐਜ਼ ਅ ਸਿੰਗਰ, ਵੀ ਕੈਨ ਨਾਟ ਸੀ ਹਰ ਐਜ਼ ਅ ਕ੍ਰਿਕਟਰ। ਔਰ ਜਸਟ ਇਮੈਜਿਨ ਸਚਿਨ ਤੰਦੁਲਕਰ, ਕਿ ਉਹ ਇਸਰੋ ਦਾ ਸਾਇੰਟਿਸਟ ਹੁੰਦਾ। ਬਿਲਕੁਲ ਜੀ। ਜੇ ਆਪਾਂ ਇਹੋ ਜਿਹਾ ਦੇਖੀਏ, ਐਗਜ਼ਾਮਪਲ ਦੇਖੀਏ, ਬਿਕੋਜ਼ ਹਰ ਇੱਕ ਬੰਦਾ ਹਰ ਇੱਕ ਟਾਸਕ ਲਈ ਕਟ ਆਊਟ ਹੈ, ਅਤੇ ਜੇ ਉਹਦਾ ਆਪਣਾ ਕੋਈ ਇੰਟਰਸਟ ਹੈ, ਕੋਈ ਇਨਕਲੀਨੇਸ਼ਨ ਹੈਗੀ ਹੈ, ਜੇ ਆਪਣੀ ਉਸ ਚੀਜ਼ ਨੂੰ ਉਹ ਵੋਕੇਸ਼ਨ ਬਣਾਉਣਾ ਚਾਹੁੰਦਾ ਹੈ, ਆਪਣੀ ਪ੍ਰੋਫੈਸ਼ਨ ਦੇ ਤੌਰ 'ਤੇ ਅਪਣਾਉਣਾ ਚਾਹੁੰਦਾ ਹੈ, ਤਾਂ ਆਈ ਥਿੰਕ ਉਹਨੂੰ ਪੂਰਾ ਹੱਕ ਹੈ ਉਹਨੂੰ ਕਰਨ ਦਾ। ਜੀ, ਇਹ ਕੁਝ ਇੱਦਾਂ ਦੇ ਮਾਨਸਿਕਤਾ ਵਾਲੇ ਪੇਰੈਂਟਸ ਲਈ ਇਹ ਬੜਾ ਵਧੀਆ ਹੈ, ਕਿਉਂਕਿ ਨਸ਼ਿਆਂ ਵੱਲ ਵਧਣਾ ਕੋਈ ਅਚਾਨਕ ਨਹੀਂ, ਉਹਨੂੰ ਨਸ਼ੇ ਅੱਛੇ ਲੱਗਣ ਲੱਗ ਜਾਂਦੇ। ਜਦੋਂ ਉਹਨੂੰ ਦਬਾਇਆ ਜਾਂਦਾ ਉਦੋਂ ਉਹ ਆਪਣੇ ਟਰੈਕ। ਦੇਖੋ, ਇਨਸਾਨ ਦੇ ਉੱਤੇ ਜਿਹੜੀ ਨੈਗੇਟਿਵ ਚੀਜ਼ ਦੀ ਕੋਟਿੰਗ ਹੈ ਨਾ, ਸਭ ਤੋਂ ਪਹਿਲਾਂ ਚੜ੍ਹਦੀ ਹੈ ਜੀ। ਚੰਗਿਆਈ ਦੇ ਉੱਤੇ ਜਿਹੜੀ ਬੁਰਾਈ ਦੀ ਜਿਹੜੀ ਕੋਟਿੰਗ ਹੈ ਨਾ, ਉਹ ਬਹੁਤ ਛੇਤੀ ਚੜ੍ਹਦੀ ਹੈ, ਕਿਉਂਕਿ ਉਹਦਾ ਰਸਤਾ ਸ਼ਾਰਟਕਟ ਹੁੰਦਾ ਹੈ। ਜਿਹੜੀ ਸੱਚਾਈ ਦੀ ਰਾਹ ਹੁੰਦੀ ਹੈ, ਉਹ ਮੁਸ਼ਕਿਲਾਂ ਨਾਲ ਭਰੀ ਹੁੰਦੀ ਹੈ, ਚੈਲੰਜਸ ਨਾਲ ਭਰੀ ਹੁੰਦੀ ਹੈ, ਉਹ ਬੜੀ ਲੌਂਗ ਰੋਡ ਹੁੰਦੀ ਹੈ। ਹਰ ਇੱਕ ਬੰਦਾ ਜਿਹੜਾ ਹੈਗਾ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਸ਼ਾਰਟਕਟ ਅਪਣਾਉਣਾ ਚਾਹੁੰਦਾ ਹੈ, ਬਟ ਸ਼ਾਰਟਕਟ ਅਪਣਾ ਕੇ ਜਿਹੜਾ ਹੈਗਾ ਸਾਨੂੰ ਸਕਸੈਸ ਵੀ ਸ਼ਾਰਟ ਲਿਵਡ ਹੀ ਮਿਲਦੀ ਹੈ, ਕਿਤੇ ਨਾ ਕਿਤੇ ਅੱਗੇ ਜਾ ਕੇ ਬੰਦਾ ਜ਼ਰੂਰ ਫਸਦਾ ਹੀ ਫਸਦਾ ਹੈ। ਬਿਲਕੁਲ ਜੀ। ਮੈਂ ਬੇਰੁਜ਼ਗਾਰੀ ਪੁੱਛਿਆ ਜੀ ਤੁਹਾਨੂੰ, ਕਿ ਬੇਰੁਜ਼ਗਾਰੀ ਵੀ ਕਾਰਨ ਹੈਗੀ ਹੈ ਨਸ਼ਿਆਂ ਵੱਲ ਜਾਣ ਦਾ? ਆਫ ਕੋਰਸ, ਬਿਕੋਜ਼ ਉਹ ਖਾਲੀ ਬੈਠਾ ਹੈ। ਐਂਡ ਦੇयर इज अ ਸੇਇੰਗ ਇਨ ਇੰਗਲਿਸ਼ ਕਿ ਐਮਟੀ ਮਾਈਂਡ ਇਜ਼ ਅ ਡੈਵਲਸ ਵਰਕਸ਼ਾਪ। ਖਾਲੀ ਦਿਮਾਗ ਸ਼ੈਤਾਨ ਦਾ ਘਰ। ਖੁਰਾਫਾਤਾਂ ਦਿਮਾਗ 'ਚ ਆਉਂਦੀਆਂ ਨੇ, ਬੁਰਾਈਆਂ ਵੀ ਦਿਮਾਗ 'ਚ ਆਉਂਦੀਆਂ ਨੇ। ਬਿਲਕੁਲ। ਸੋ ਸਰਕਾਰ ਜਿਹੜੀ ਹੈਗੀ ਹੈ ਹਰ ਇੱਕ ਨੂੰ ਤਾਂ ਨੌਕਰੀ ਨਹੀਂ ਦੇ ਸਕਦੀ, ਪਰ ਰੋਜ਼ਗਾਰ ਦੇ ਲਾਇਕ ਤਾਂ ਬਣਾ ਹੀ ਰਹੀ ਹੈ ਨਾ ਜੀ। ਸਾਡੇ ਕੋਲ ਐਡਿਕੁਏਟ ਸਕਿੱਲਸ ਤਾਂ ਹੈਗੇ ਹੀ ਨੇ, ਅਤੇ
ਸਰਕਾਰ ਨੇ ਬਹੁਤ ਸਾਰੇ ਇਨੀਸ਼ੀਏਟਿਵਸ ਚਲਾਏ ਹੈਗੇ ਨੇ। ਆਪਣਾ ਸੀਡ ਕੈਪੀਟਲ ਦੇਣ ਨੂੰ ਵੀ ਤਿਆਰ ਹੈ ਸਰਕਾਰ ਜੀ। ਐਂਡ ਤੁਹਾਡੇ ਜਿਹੜੇ ਆਪਣਾ ਇੱਕ ਟੈਕਸ ਦਾ ਜਿਹੜਾ ਹੁੰਦਾ ਆਪਣਾ ਰੇਜੀਮ ਹੁੰਦਾ ਹੈਗਾ, ਟੈਕਸ ਜਿਹਨੂੰ ਕਹਿੰਦੇ ਹੌਲੀਡੇ, ਉਹ ਵੀ ਦੇਣ ਨੂੰ ਤਿਆਰ ਹੈ ਕਿ ਅਗਲੇ 3 ਸਾਲ ਤੱਕ ਜਿਹੜਾ ਹੈਗਾ ਤੁਹਾਨੂੰ ਕੋਈ ਟੈਕਸ ਨਹੀਂ ਪਏਗਾ। ਤੁਸੀਂ ਆਪਣਾ ਰੁਜ਼ਗਾਰ ਆਪ ਸ਼ੁਰੂ ਕਰੋ। ਜਿਹੜਾ ਮੈਂ ਸ਼ੁਰੂਆਤੀ ਤੁਹਾਨੂੰ ਆਪਣੇ ਟਾਕ 'ਚ ਕਿਹਾ ਕਿ ਨਹੀਂ, ਬੀ ਅ ਜੋਬ ਕ੍ਰੀਏਟਰ ਨਾਟ ਅ ਜੋਬ ਸੀਕਰ। ਬਿਲਕੁਲ। ਆਪਣੇ ਬਠਿੰਡੇ ਸ਼ਹਿਰ ਦੇ ਵਿੱਚ ਹੀ ਦੇਖੋ ਇਹੋ ਜਿਹੇ ਕਿਹੋ ਜਿਹੇ ਕਿੰਨੇ ਹੈਗੇ ਨੇ। ਇੱਕ MBA ਹੈਗਾ ਚਾਹ ਵਾਲਾ ਜੀ, ਉਹਨੇ ਚਾਹ ਦੀ ਆਊਟਲੈਟ ਖੋਲ੍ਹੀ ਹੈ। ਇੱਕ ਉਹ ਹਰਮਨਸ ਕੁਲਚਾ ਵਾਲਾ ਹੈਗਾ, ਉਹਦੀ ਮਸ਼ਹੂਰੀ ਵੀ ਹੋ ਗਈ ਅੱਜ ਤੁਹਾਡੇ ਰੇਡੀਓ ਦੇ ਰਾਹੀਂ। ਬਿਲਕੁਲ ਜੀ, ਅੱਛੇ ਤੇ ਮਤਲਬ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਨਹੀਂ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਦੇਖੋ ਲੋਕ ਕੀ ਕਹਿਣਗੇ, ਕਿ ਦੇਖੋ ਮੈਂ ਇੰਨਾ ਪੜ੍ਹ ਲਿਖ ਕੇ ਮੈਂ ਕੀ ਕੰਮ ਕਰ ਰਿਹਾ ਹੈਗਾ। ਐਟਲੀਸਟ ਉਹ ਜੋ ਕਰ ਰਿਹਾ ਉਹ ਇੰਜੋਏ ਤਾਂ ਕਰ ਰਿਹਾ ਨਾ, ਲੋਕਾਂ ਦੀ ਸੇਵਾ ਹੀ ਕਰ ਰਿਹਾ ਐਂਡ ਹੀ ਇਜ਼ ਇੰਜੋਇੰਗ। ਸੁਸਾਇਟੀ ਦੇ ਵਿੱਚ ਲਾਸਟ ਸਵਾਲ ਆ, ਲਾਸਟ ਤੋਂ ਬਾਅਦ ਲਾਸਟ ਹੋਈ ਜਾਂਦਾ ਕਿਉਂਕਿ ਲਾਸਟ ਸਵਾਲ ਹੈ ਹੀ ਲਾਸਟ। ਇਹ ਸੁਸਾਇਟੀ ਦੇ ਵਿੱਚ ਜਦੋਂ ਕੋਈ ਮੇਰੇ ਵਰਗਾ ਲੱਗਦਾ ਕਿ ਟਰੈਕ ਤੋਂ ਉਤਰ ਗਿਆ, ਲੱਗਦਾ ਕਿ ਇਹ ਗਲਤ ਸੰਗਤ 'ਚ ਪੈ ਗਿਆ, ਲੱਗਦਾ ਕਿ ਇਹ ਨਸ਼ੇ ਕਰ ਰਿਹਾ, ਸੁਸਾਇਟੀ ਦਾ ਜਾਂਦੇ ਜਾਂਦੇ ਇਹ ਦੱਸ ਦਿਓ ਰੋਲ ਕੀ ਹੈ, ਕਿਵੇਂ ਉਹਨੂੰ ਮਤਲਬ ਲੈਣਾ ਚਾਹੀਦਾ? ਸੁਸਾਇਟੀ ਦੇ ਦੇਖੋ ਦੋਨੋਂ ਰੋਲਸ ਹੋ ਸਕਦੇ ਨੇ, ਕੰਸਟਰਕਟਿਵ ਵੀ ਹੈ ਅਤੇ ਡਿਸਟਰਕਟਿਵ ਵੀ ਹੈਗਾ। ਬਟ ਸੁਸਾਇਟੀ ਨੂੰ ਜਿਹੜਾ ਹੈਗਾ ਕੰਸਟਰਕਟਿਵ ਰੋਲ ਅਪਣਾਉਣਾ ਚਾਹੀਦਾ। ਸੁਸਾਇਟੀ ਦੀ ਜਿੰਨੀ ਵੀ ਏਜੰਸੀਜ਼ ਹੈਗੀਆਂ ਨੇ, ਚਾਹੇ ਉਹ ਐਜੂਕੇਸ਼ਨਲ ਅਦਾਰੇ ਹੈਗੇ ਨੇ, NGOs ਹੈਗੇ ਨੇ, ਹੌਸਪੀਟਲਸ ਨੇ, ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਰੇਡੀਓ ਸਟੇਸ਼ਨ ਹੈ ਜਾਂ ਪੱਤਰਕਾਰਿਤਾ ਹੈ, ਜਰਨਲਿਜ਼ਮ ਹੈ, ਬਿਜ਼ਨਸ ਹਾਊਸਿਸ ਹੈਗੇ ਨੇ, ਉਹਨਾਂ ਨੂੰ ਜਿਹੜਾ ਹੈਗਾ ਪੋਜ਼ੀਟਿਵ ਰੋਲ ਅਦਾ ਕਰਨਾ ਚਾਹੀਦਾ ਹੈਗਾ। ਐਂਡ ਜਿਹੜੇ ਕੁਛ ਟਾਈਪ ਆਫ ਜਿਹੜੀਆਂ ਸਪੋਰਟਸ ਹੈਗੀਆਂ ਉਹਨਾਂ ਨੂੰ ਅੱਗੇ ਆ ਕੇ ਸਪੋਂਸਰਸ ਦੇਣਾ ਚਾਹੀਦਾ ਹੈਗਾ ਤਾਂ ਕਿ ਬੱਚੇ ਜਿਹੜੇ ਹੈਗੇ ਨੇ ਉਹਨਾਂ 'ਚ ਆਪਣਾ ਕਰੀਅਰ ਬਣਾ ਸਕਣ। ਬਿਕੋਜ਼ ਸਪੋਰਟਸ ਇਜ਼ ਅ ਵੈਰੀ ਗੁੱਡ ਓਪਰਚੁਨਿਟੀ ਫॉर ਮੇਕਿੰਗ ਯੋਰ ਕਰੀਅਰ। ਅਤੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਸਾਡੇ ਕੋਲ ਰੋਲ ਮਾਡਲਸ ਹੈਗੇ ਨੇ, ਆਪਾਂ ਦੇਖ ਸਕਦੇ ਹੈਗੇ ਆ ਕਿ ਉਹਨਾਂ ਨੇ ਜਿਹੜਾ ਹੈਗਾ ਸਪੋਰਟਸ ਨੂੰ ਆਪਣਾ ਕਰੀਅਰ ਬਣਾਇਆ ਹੈਗਾ। ਐਂਡ ਸਪੋਰਟਸ ਜਿਹੜਾ ਉਹੀ ਬੰਦਾ ਕਰ ਸਕਦਾ ਕਿ ਜਿਹੜਾ ਬੰਦਾ ਡਰੱਗਸ ਨਾ ਲੈਂਦਾ ਹੋਵੇ। ਬਟ ਹਾਂ, ਸਪੋਰਟਸ ਦੇ ਵਿੱਚ ਵੀ ਡਰੱਗਸ ਆ ਗਏ ਨੇ ਬਿਕੋਜ਼ ਉੱਥੇ ਵੀ ਬੜਾ ਪ੍ਰੈਸ਼ਰ ਹੈ, ਉੱਥੇ ਵੀ ਬੜਾ ਪ੍ਰੈਸ਼ਰ ਹੈ। ਪਰਫੋਰਮੈਂਸ ਇਨਹਾਂਸਿੰਗ ਡਰੱਗਸ ਆ ਗਏ ਹੈਗੇ ਨੇ ਜਿਹੜੇ ਕਿ ਤੁਹਾਨੂੰ ਬਿਲਕੁਲ ਹੀ ਜਿਹੜਾ ਹੈਗਾ ਤੁਹਾਡਾ ਸਰੀਰ ਨੂੰ ਖ਼ਤਮ ਕਰ ਦਿੰਦੇ ਨੇ। ਅਤੇ ਬਟ ਆਪਣੇ ਆਪ ਨੂੰ ਬਚਾ ਕੇ ਦੇਖੋ, ਰਿਸਕ ਹਰ ਇੱਕ ਲਾਈਫ 'ਚ ਹੈ, ਹਰ ਇੱਕ ਕਿੱਤੇ 'ਚ ਹੈ, ਹਰ ਇੱਕ ਟਾਈਪ ਦੇ ਕਿਸਮ ਦੇ ਵਿੱਚ ਰਿਸਕ ਹੈਗਾ। ਡਰੱਗਸ ਜਿਹੜੇ ਹੈਗੇ ਨੇ, ਡਰੱਗਸ ਇੱਕ ਅੱਡ ਨਸ਼ਾ ਹੈਗਾ। ਆਪਾਂ ਅੱਜ ਡਰੱਗਸ ਦੀ ਗੱਲ ਕਰ ਰਹੇ ਹਾਂ ਜੀ ਕਿ ਐਡਲਟ ਜਿਹੜੀ ਸਾਡਾ ਸਮਾਜ ਹੈਗਾ ਜਿਸ 'ਚ ਪੇਰੈਂਟਸ ਵੀ ਆ ਜਾਂਦੇ ਨੇ ਕਿ ਉਹ ਸ਼ਰਾਬ ਨਹੀਂ ਪੀਂਦੇ। ਬਿਲਕੁਲ ਜੀ, ਉਹ ਹੋਰ ਤਰੀਕੇ ਦੇ ਨਸ਼ੇ ਨਹੀਂ ਕਰ ਰਹੇ ਹੈਗੇ। ਸ਼ਰਾਬ ਪੀਣਾ ਵੀ ਤਾਂ ਇੱਕ ਨਸ਼ਾ ਹੈ ਨਾ ਜੀ। ਬਿਲਕੁਲ। ਉਸ ਘਰ ਦਾ ਇੱਕ ਫਾਦਰ ਹੈ, ਉਹ ਵੀ ਤਾਂ ਰੋਜ਼ ਸ਼ਾਮ ਨੂੰ 1 ਜਾਂ 2 ਪੈਗ ਲਗਾ ਹੀ ਰਿਹਾ ਨਾ ਆਪਣੇ ਬੱਚੇ ਦੇ ਸਾਹਮਣੇ ਬਹਿ ਕੇ। ਉਹ ਕਿਸ ਕਿਸਮ ਦਾ ਜਿਹੜਾ ਹੈਗਾ ਰੋਲ ਮਾਡਲ ਬਣ ਰਿਹਾ ਆਪਣੇ ਬੱਚਿਆਂ ਦੇ ਸਾਹਮਣੇ। ਬਟ ਪੁਆਇੰਟ ਇਜ਼ ਦੈਟ ਕਿ ਆਪਾਂ ਇਹ ਨਹੀਂ ਕਰ ਰਹੇ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ। ਠੀਕ ਹੈ, ਡੂ ਇਟ ਬਟ ਡੂ ਇਟ ਮੋਡਰੇਸ਼ਨ ਜੀ। ਕੋਈ ਵੀ ਚੀਜ਼ ਕਰੋ, ਇਹ ਵੀ ਕਿਹਾ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਜੀ। ਮੈਮ ਅੱਜ ਪ੍ਰਿੰਸੀਪਲ ਮੈਮ ਬੜੇ ਆਲੇ ਦੁਆਲੇ ਦੇ ਪੱਖ ਵੀ ਅਸੀਂ ਛੋਹ ਲਏ ਹੈਗੇ ਆ। ਕਾਰਨ ਵੀ ਜਿਹੜੇ ਹੈਗੇ ਆ ਉਹ ਨਜ਼ਰ ਆਉਂਦੇ ਨੇ ਕਿ ਸੁਸਾਇਟੀ ਦੇ ਵਿੱਚ ਜਦੋਂ ਕੋਈ ਟਰੈਕ ਤੋਂ ਉਤਰ ਜਾਂਦਾ, ਸਮਾਜ ਦਾ ਅਤੇ ਸਾਡੇ ਸਾਰੇ ਵਰਗਾਂ ਦਾ ਰੋਲ ਇਹ ਹੁੰਦਾ ਕਿ ਉਹਨੂੰ ਭੰਡੀਏ ਨਾ, ਉਹਨੂੰ ਪ੍ਰਚਾਰੀਏ ਨਾ, ਕਿਉਂਕਿ ਸਮਾਜ ਦਾ ਉਹ ਇੱਕ ਹਿੱਸਾ, ਉਹ ਰੋਗੀ ਹੈ। ਰੋਗ ਜਿਹੜਾ ਹੈਗਾ ਉਹਦਾ ਖਤਮ ਹੋਣਾ ਚਾਹੀਦਾ, ਨਾ ਕਿ ਉਹਦਾ ਕਰੈਕਟਰ ਅਸੈਸੀਨੇਸ਼ਨ ਹੀ ਹੋ ਜਾਵੇ ਕਿ ਉਹ ਮੁੜ ਕੇ ਸਮਾਜ ਦੇ ਵਿੱਚ ਜਿਹੜਾ ਹੈਗਾ ਆਪਣੇ ਆਪ ਨੂੰ ਸਥਾਪਿਤ ਹੀ ਨਾ ਕਰ ਸਕੇ। ਇਹ ਪ੍ਰਿੰਸੀਪਲ ਮੈਮ ਹੋਣਾ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੁਕਤਿਆਂ ਦੇ ਰੂਪ ਵਿੱਚ ਸਾਂਝੀਆਂ ਹੋਈਆਂ, ਉਮੀਦ ਕਰਦੇ ਹਾਂ ਕਿ ਮਾਪਿਆਂ ਨੂੰ ਵੀ, ਵਿਦਿਆਰਥੀਆਂ ਨੂੰ ਵੀ ਉਹ ਬੜੀਆਂ ਸਹਾਈ ਹੋਣਗੀਆਂ ਕਿ ਕਿਵੇਂ ਅਸੀਂ ਪੋਜ਼ੀਟਿਵਲੀ ਅਗਾਂਹ ਵਧੂ ਸੋਚ ਨਾਲ ਨਿਕੰਮੇ ਨਹੀਂ ਰਹਿਣਾ, ਨਾ ਹੀ ਨੈਗੇਟਿਵਿਟੀ ਨੂੰ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਣਾ। ਅਸੀਂ ਹੌਸਲੇ ਨਾਲ ਜੀਵਨ ਜਿਉਣਾ, ਅਸੀਂ ਮਾਂ-ਬਾਪ ਦੇ ਆਪਦੇ ਸੁਪਨੇ ਵੀ ਪੂਰੇ ਕਰਨੇ ਆ, ਪਰ ਨਾਲ ਦੀ ਨਾਲ ਹੀ ਅਸੀਂ ਸਮਾਜ ਲਈ ਕੋਈ ਚੰਗਾ ਜਿਹੜਾ ਸੁਨੇਹਾ ਵੀ ਦੇਣਾ, ਆਪਦੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨਾ। ਨਸ਼ੇ ਪੇਰੈਂਟਸ ਲਈ ਵੀ, ਵਿਦਿਆਰਥੀਆਂ ਲਈ ਵੀ, ਸਮਾਜ ਦੇ ਹਰ ਵਰਗ ਲਈ ਮਾੜਾ ਹੀ ਹੈ। ਪਰ ਜੇਕਰ ਅਸੀਂ ਰੋਲ ਮਾਡਲ ਬਣਨਾ ਤਾਂ ਸਾਨੂੰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਚੰਗੀ ਭੂਮਿਕਾ ਨਿਭਾਉਣ ਦੇ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਬਰ ਤਿਆਰ ਰਹਿਣਾ ਪਏਗਾ। ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਟਾਈਮ ਦੇਣਾ ਪਏਗਾ। ਉਹਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਉਹਨਾਂ ਨੂੰ ਉਹ ਰਾਹ ਦੇਣੇ ਆ ਜਿਹੜੇ ਕਿ ਠੋਸੇ ਨਾ ਜਾਣ ਉਹਨਾਂ ਦੇ। ਜਿੱਧਰ ਉਹਨਾਂ ਦਾ ਮਨ ਹੈਗਾ ਕੋਸ਼ਿਸ਼ ਕਰੀਏ ਕਿ ਉਧਰ ਨੂੰ ਹੀ ਉਸ ਵਿਦਿਆਰਥੀ ਨੂੰ ਅੱਗੇ ਵਧਾਈਏ। ਬੇਰੁਜ਼ਗਾਰੀ ਇੱਕ ਬਹੁਤ ਹੀ ਜ਼ਿਆਦਾ ਨਾਮਰਾਦ ਸ਼ਬਦ ਆ ਜਿਹੜਾ ਪਤਾ ਨਹੀਂ ਕਿੰਨਿਆਂ ਕੁ ਨੂੰ ਆਪਦੇ ਕਲਾਵੇ 'ਚ ਲੈ ਜਾਂਦਾ, ਨਸ਼ੇ ਵੱਲ ਨੂੰ ਵਧਾਉਂਦਾ। ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਸਟਾਰਟਅਪ ਦੇਣਾ ਹੈਗਾ, ਬਿਲਕੁਲ ਵਿਦਿਆਰਥੀਆਂ ਲਈ ਇਹ ਜ਼ਰੂਰੀ ਹੈ। ਅਗਲੀ ਪੀੜ੍ਹੀ ਦੇ ਵਿੱਚ ਜੇਕਰ ਜੋਬ ਹੈਗੀ ਹੈ ਤਾਂ ਜ਼ਿੰਦਗੀ ਹੈਗੀ ਹੈ, ਅਤੇ ਜੇਕਰ ਜੋਬ ਨਹੀਂ ਹੈਗੀ ਫਿਰ ਉਹ ਕੁਰਾਹੇ
ਪੈ ਸਕਦੇ ਆ। ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ। ਮੈਡਮ ਜਾਂਦੇ ਜਾਂਦੇ ਤੁਸੀਂ 2 ਸ਼ਬਦ ਫੇਰ ਸਾਂਝੇ ਕਰੋ। ਵੱਡਿਆਂ ਦਾ ਸਤਿਕਾਰ ਕਰੋ ਤੇ ਚੰਗੀ ਆਦਤਾਂ ਨੂੰ ਅਪਣਾਓ, ਕਿਸੇ ਦਾ ਮਾੜਾ ਨਾ ਕਰੋ, ਚੰਗੇ ਕੰਮ ਕਰੋ ਤੇ ਲੋਕਾਂ ਦੀਆਂ ਦੁਆਵਾਂ ਲਵੋ। ਜੀ ਵਡਮੁੱਲੀਆਂ ਦੁਆਵਾਂ ਕਿ ਪ੍ਰਮਾਤਮਾ ਤੁਹਾਨੂੰ, ਤੁਹਾਡੇ ਸਕੂਲ ਨੂੰ, ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਅਤੇ ਇਸੇ ਤਰ੍ਹਾਂ ਜੋ ਕੀਮਤੀ ਸਮੇਂ 'ਚੋਂ ਸਮਾਂ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਸਰੋਤਿਆਂ ਨੂੰ ਦਿੱਤਾ, ਬੜੀਆਂ ਵਧੀਆ ਉਸਾਰੂ ਭੂਮਿਕਾ ਦੇ ਵਿੱਚ ਗੱਲਾਂ ਤੁਹਾਡੇ ਨਾਲ ਸਾਂਝੀਆਂ ਹੋਈਆਂ। ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਘਰ ਜ਼ਰੂਰ ਬਚਣਗੇ ਇਸ ਨਸ਼ੇ ਤੋਂ, ਕੁਝ ਨਾ ਕੁਝ ਬੱਚੇ ਜ਼ਰੂਰ ਇਸ ਤੋਂ ਸਿੱਖਿਆ ਲੈਣਗੇ, ਕੁਝ ਨਾ ਕੁਝ ਮਾਪੇ ਵੀ ਇਸ ਤੋਂ ਸਿੱਖਿਆ ਲੈਣਗੇ। ਇਸੇ ਫਿਰ ਮਿਲਣ ਦੇ ਵਾਅਦੇ ਨਾਲ ਸਰੋਤਿਓ ਦਿਓ ਆਗਿਆ। ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ। ਲੋਟ ਆਫ ਥੈਂਕਸ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹ ਸਨ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਮੈਡਮ ਮੋਨਿਕਾ ਸਿੰਘ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਰਹਿਣਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ।